सारी उम्र बीत जाती है, पता नहीं लगता उसनूं अपनी माँ बारे, पर जदों जवानी च पता लगता है तो वह अपनी माँ नूं लभना शुरू करता है। मेरे दादी दादे ने मैनू 10th तक मैनू यही पता सी कि मेरे ਜਿਹੜੇ ਦਾਦੀ ਦਾਦਾ ਨੇ ਉਹੀ ਮੇਰੇ ਮਾਪਿਓ ਨੇ। ਮੈਂ ਉਹਨਾਂ ਨੂੰ ਹੀ ਆਪਣੇ ਜਿਹੜੇ ਪੇਰੈਂਟਸ ਸਮਝਦਾ ਰਿਹਾ। ਉਹ ਸਟੱਡੀ ਕਰਨ ਦੇ ਨਾਲ ਨਾਲ ਜਦੋਂ ਮੈਂ ਘਰ ਦੀ ਸਫਾਈ ਕਰਨੀ ਸ਼ੁਰੂ ਕੀਤੀ, ਘਰ ਮੇਨਟੇਨ ਕਰਨਾ ਸ਼ੁਰੂ ਕੀਤਾ, ਤੇ ਮੈਨੂੰ ਘਰ ਦੇ ਵਿੱਚੋਂ ਇੱਕ ਐਲਬਮ ਲੱਭੀ ਪੁਰਾਣੀ। ਸ਼ਾਇਦ ਉਹ ਮੇਰੇ ਮੰਮੀ ਡੈਡੀ ਦੀ ਵਿਆਹ ਦੀ ਸੀ। ਤਾਂ ਉਦੋਂ ਮੈਂ ਆਪਣੇ ਫਾਦਰ ਸਾਹਿਬ, ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਸ ਦੀ ਹੈ, ਤੇ ਉਹਨਾਂ ਨੇ ਮਤਲਬ ਕਿ ਰੋ ਕੇ ਮੈਨੂੰ ਗੱਲ ਨਾਲ ਲਾ ਕੇ ਦੱਸਿਆ ਕਿ ਇਹ ਤੇਰੇ ਪੇਰੈਂਟਸ ਸੀਗੇ। ਤਾਂ ਉਹਨਾਂ ਨੇ ਕਾਫੀ ਮੈਨੂੰ ਸਟੋਰੀ ਸੁਣਾਈ, ਪਰ ਉਸ ਦੇ ਵਿੱਚ ਉਹਨਾਂ ਨੇ ਮੈਨੂੰ ਸਟੋਰੀ 'ਚ ਇਹ ਜ਼ਿਕਰ ਕੀਤਾ ਕਿ ਤੇਰੇ ਮੰਮੀ ਡੈਡੀ ਜਿਹੜੀ ਸੀ ਉਹ ਦੋਨਾਂ ਦੀ ਐਕਸੀਡੈਂਟ ਨਾਲ ਮੌਤ ਹੋ ਗਈ ਸੀ। ਯਾਨੀ ਕਿ ਉਹਨਾਂ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਅਜੇ ਵੀ ਹੈ। ਆਪਣੇ ਕਿਸੇ ਰਿਸ਼ਤੇਦਾਰਾਂ ਕੋਲੋਂ ਜਾਂ ਕੁਛ ਨਾ ਕੁਛ ਜਦੋਂ ਸਮਝ ਆਈ ਤੇ ਮੈਨੂੰ ਕਲਿਊ ਮਿਲੇ ਕਿ ਨਹੀਂ, ਇਹ ਕਹਾਣੀ ਕੁਛ ਹੋਰ ਸੀਗੀ। ਮੇਰੇ ਮੰਮੀ ਡੈਡੀ ਦੀ ਡੈਥ ਨਹੀਂ ਸੀ ਹੋਈ, ਇਕੱਲੇ ਫਾਦਰ ਸਾਹਿਬ ਦੀ ਡੈਥ ਹੋਈ ਸੀ, ਤੇ ਮਾਂ ਮੇਰੀ ਅਜੇ ਵੀ ਹੈ ਪਰ ਪਤਾ ਨਹੀਂ ਕਿੱਥੇ ਹੈ। ਤੇ ਗੁਰੂ ਸਾਹਿਬ ਦਾ ਉਹਨਾਂ ਨੇ ਮੇਲ ਕਰਾਉਣਾ ਸੀ ਕਿ ਮੈਂ ਪਟਿਆਲੇ 'ਚ ਹੀ ਫੋਨ ਚੁੱਕਣਾ ਸੀ, ਤੇ ਮੇਰੀ ਭੂਆ ਨੇ ਕਹਿਣਾ ਸੀ ਪਟਿਆਲੇ। ਜੇ ਮੈਂ ਜਲੰਧਰ ਹੁੰਦਾ ਤੇ ਫਿਰ ਕੋਈ ਨਾਰਮਲ ਗੱਲ ਹੋਣੀ ਸੀ, ਉਹਨਾਂ ਨੇ ਕਹਿਣਾ ਹਾਂ ਠੀਕ ਆ ਓਕੇ। ਜੇ ਮੈਂ ਪਟਿਆਲੇ ਦੀ ਗੱਲ ਹੋਈ ਤੇ ਉਹ ਨਾਨਕਿਆਂ ਦਾ ਜ਼ਿਕਰ ਹੋਇਆ। ਤਾਂ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਥੋੜ੍ਹਾ ਜਿਹਾ ਸ਼ੌਕ ਜਿਹਾ ਹੋ ਗਿਆ ਵੀ ਕੀ ਮਤਲਬ ਦੁਬਾਰਾ ਦੱਸਿਓ, ਤਾਂ ਫਿਰ ਉਹਨਾਂ ਨੇ ਥੋੜ੍ਹਾ ਝਿਜਕ ਕੇ ਕਿਹਾ ਵੀ ਤੇਰੇ ਨਾਨਕੇ ਇੱਧਰ ਸੀਗੇ, ਤੇ ਮੈਨੂੰ ਕਨਫਰਮ ਨਹੀਂ ਆ ਵੀ ਕਿਹੜਾ ਪਿੰਡ ਆ, ਬੋਹੜਪੁਰ ਆ ਜਾਂ ਬੋਧਪੁਰ। ਤਾਂ ਮੇਰੇ ਨਾਲ ਮੇਰੀ ਫਰੈਂਡ ਸੀਗੀ, 2-3 ਹੋਰ ਸੀਗੇ ਫਰੈਂਡ। ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਹੈ, ਤੁਸੀਂ ਇੰਨੇ ਸੈਡ ਕਿਉਂ ਹੋ ਗਏ ਹੋ? ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮਤਲਬ ਮੇਰੇ ਨਾਨਕੇ ਆ ਸ਼ਾਇਦ ਇੱਧਰ ਕਿਤੇ, ਬੋਹੜਪੁਰ ਪਿੰਡ ਹੈ ਕੋਈ, ਮੈਂ 2-3 ਨਾਂ ਲਏ। ਕਹਿੰਦੇ ਨਹੀਂ, ਬੋਹੜਪੁਰ ਪਿੰਡ ਇੱਥੋਂ 8 ਕਿਲੋਮੀਟਰ ਆ ਜਿੱਥੇ ਆਪਾਂ ਖੜੇ ਹਾਂ। ਤਾਂ ਮਨ ਦੇ ਵਿੱਚ ਬਹੁਤ ਖੁਸ਼ੀ ਹੋਈ ਵੀ ਸ਼ਾਇਦ ਆਪਾਂ ਜਿਹੜੀ ਚੀਜ਼ ਦੀ ਮੈਂ ਭਾਲ 'ਚ ਲੱਗਾ ਵਾਂ ਬੜੀ ਟਾਈਮ ਦਾ, ਤੇ ਉਹ ਸ਼ਾਇਦ ਹੁਣ ਮੈਨੂੰ ਮਿਲ ਜੂਗੀ। ਅਚਾਨਕ ਜਦੋਂ ਮੈਂ ਪਿੰਡ 'ਚ ਪਹੁੰਚਿਆ ਤੇ ਮੈਂ ਆਪਣੀ ਭੂਆ ਨੂੰ 2 ਫੋਨ ਲਾਏ, ਉਹ ਸ਼ਾਇਦ ਬਿਜ਼ੀ ਸੀ, ਫੋਨ ਨਹੀਂ ਚੁੱਕ ਪਾਏ। ਤਾਂ ਫਿਰ ਮੇਰੇ ਤਾਇਆ ਜੀ ਨੇ, ਸੁਰਜੀਤ ਸਿੰਘ ਇੰਸਪੈਕਟਰ ਰਿਟਾਇਰ ਨੇ, ਉਹਨਾਂ ਨਾਲ ਮੇਰਾ ਬੜਾ ਪ੍ਰੇਮ ਆ। ਉਹਨਾਂ ਨੂੰ ਮੈਂ ਫੋਨ ਕੀਤਾ ਕਿ ਤਾਇਆ ਜੀ ਤੁਸੀਂ ਮੇਰੇ ਫਾਦਰ ਸਾਹਿਬ ਦੀ ਮੈਰਿਜ 'ਤੇ ਉੱਥੇ ਗਏ ਸੀ ਹਰਿਆਣੇ, ਤਾਂ ਪਲੀਜ਼ ਮੈਨੂੰ ਕੋਈ ਨਾ ਕੋਈ ਕਲਿਊ ਦਿਓ ਜਿਹਦੇ ਨਾਲ ਮੈਂ ਆਪਣੇ ਜਿਹੜਾ ਨਾਨਕਾ ਪਰਿਵਾਰ ਵਾ ਉਹਨੂੰ ਮੈਂ ਲੱਭ ਸਕਾਂ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਦਾ ਕੋਈ ਨਾਮ ਜਾਂ ਕੁਛ ਇੱਦਾਂ ਦਾ ਨਹੀਂ ਯਾਦ, ਸਿਰਫ ਮੈਨੂੰ ਇੰਨਾ ਚੇਤਾ ਆ ਕਿ ਤੇਰੇ ਜਿਹੜੇ ਨਾਨਾ ਜੀ ਸੀ ਉਹਨਾਂ ਦੀ ਪੈਰਾਲਾਈਜ਼ ਦੇ ਨਾਲ ਜਿਹੜਾ ਮੂੰਹ ਥੋੜ੍ਹਾ ਉਹ ਵਿੰਗਾ ਹੋ ਗਿਆ ਸੀ। ਤਾਂ ਮੇਰੇ ਵਾਸਤੇ ਉਹ ਬਹੁਤ ਵੱਡਾ ਕਲਿਊ ਸੀਗਾ ਇੱਕ। ਤੇ ਪਿੰਡ ਦੇ ਬਜ਼ੁਰਗ ਬੈਠੇ ਸੀ, ਮੈਂ ਉਹਨਾਂ ਦੇ ਕੋਲ ਸਿੱਧਾ ਗਿਆ, ਉਹਨਾਂ ਨੂੰ ਪੁੱਛਿਆ ਕਿ ਮਤਲਬ ਕਿ ਅੱਜ ਤੋਂ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕੋਈ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਕੋਈ ਬੇਟੀ ਦਾ ਹਸਬੈਂਡ ਦੀ ਡੈਥ ਹੋਈ ਹੈ, ਤੁਸੀਂ ਉਹਨਾਂ ਨੂੰ ਵਾਪਸ ਲਿਆਂਦਾ ਹੋਵੇ। ਤਾਂ ਉਹ ਥੋੜ੍ਹਾ ਜਿਹਾ ਝਿਜਕ ਕੇ ਉਹਨਾਂ ਨੇ ਬੋਲਿਆ ਕਿ ਹਾਂ ਇੱਕ ਬੇਟੀ ਸੀ, ਉਹਨੂੰ ਅਸੀਂ ਵਾਪਸ ਲਿਆਂਦਾ, ਤੇ ਉਹਦਾ ਬੇਟਾ ਸੀਗਾ ਸੋਨੂ, ਤੇ ਮੇਰਾ ਨਾਂ ਸੋਨੂ ਬਚਪਨ ਦਾ। ਫਿਰ ਮੇਰੇ ਕੋਲ ਕੰਟਰੋਲ ਨਹੀਂ ਹੋ ਪਾਇਆ, ਮੈਂ ਉੱਠ ਕੇ ਖੜਾ ਹੋਇਆ ਕਿ ਆਹ ਬਦਨਸੀਬ ਸੋਨੂ ਤੁਹਾਡੇ ਸਾਹਮਣੇ ਖੜਾ ਆ। ਹਾਲਾਤ ਕੀ ਸੀ ਉਸ ਵੇਲੇ ਤੁਹਾਡੇ? ਉਸ ਵੇਲੇ ਬਸ ਅੱਖਾਂ ਅੱਗੇ ਹਨੇਰਾ ਸੀ, ਮੇਰਾ ਸਾਰਾ ਕੁਛ ਮਤਲਬ ਸਰੀਰ ਕੰਬ ਰਿਹਾ। ਫਿਰ ਮੈਂ ਅਗਲੇ ਦਿਨ ਆਪਣੇ ਪਰਿਵਾਰ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਹੜਾ ਆਪਣੀ ਮਾਂ ਨੂੰ ਮਿਲਣ ਵਾਸਤੇ ਗਿਆ। ਪਰ ਇਹ ਕਾਰਨ ਇੱਕ ਇਹ ਵੀ ਹੈ ਪੁਆਇੰਟ ਕਿ ਉਦੋਂ ਤੱਕ ਮੇਰੀ ਮਾਂ ਨੂੰ ਪਤਾ ਨਹੀਂ ਸੀ, ਦੱਸਿਆ ਨਹੀਂ ਸੀ ਆਪਾਂ। ਮੈਂ ਮਨਾ ਕੀਤਾ ਸੀ ਕਿ ਪਲੀਜ਼ ਉਹਨਾਂ ਨੂੰ ਨਾ ਦੱਸਿਓ ਕਿ ਮੈਂ, ਨਾਨਕਿਆਂ ਨੇ ਵੀ ਨਹੀਂ ਦੱਸਿਆ ਨਾ? ਹਾਂ, ਮੈਂ ਮਨਾ ਕੀਤਾ ਸੀ ਕਿ ਮੈਂ ਆਪੇ ਆਣ ਕੇ ਮਿਲਾਂਗਾ ਡਾਇਰੈਕਟ, ਤੁਸੀਂ ਪਲੀਜ਼ ਉਹਨਾਂ ਨੂੰ ਨਹੀਂ ਦੱਸਣਾ। ਤਾਂ ਜਦੋਂ ਆਪਾਂ ਉਸ ਪਿੰਡ ਪਹੁੰਚੇ ਹਾਂ ਸਾਰੇ ਜਾਣੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਪੰਜਾਬ ਨਿਊਜ਼ ਦੇ ਨਾਲ, ਤੇ ਮੈਂ ਹਾਂ ਭੋਪਾਲ ਸਿੰਘ। ਦਰਸ਼ਕੋ, ਤੁਸੀਂ ਇੱਕ ਫਿਲਮ ਜ਼ਰੂਰ ਦੇਖੀ ਹੋਏਗੀ ਤਰਸੇਮ ਜੱਸਰ ਦੀ, ਸਰਦਾਰ ਮੁਹੰਮਦ। ਉਹਦੇ ਵਿੱਚ ਇੱਕ ਸਟੋਰੀ ਦਿਖਾਈ ਗਈ ਜਿਹੜੀ ਕਿ ਸੱਚੀ ਘਟਨਾ ਤੇ ਆਧਾਰਿਤ ਸੀ। ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੁੰਦੀ ਹੈ ਤਾਂ ਹੀਰੋ ਜਿਹੜਾ ਹੈ ਉਹ ਆਪਣੀ ਮਾਤਾ ਕੋਲੋਂ ਵਿਛੜ ਜਾਂਦਾ ਹੈ,
ਉਹ ਭਾਰਤ ਵਾਲੇ ਪਾਸੇ ਰਹਿ ਜਾਂਦਾ ਹੈ ਤੇ ਮਾਂ ਉਹਦੀ ਪਾਕਿਸਤਾਨ ਵਾਲੇ ਪਾਸੇ ਚਲੀ ਜਾਂਦੀ। ਸਾਰੀ ਉਮਰ ਬੀਤ ਜਾਂਦੀ ਹੈ, ਪਤਾ ਨਹੀਂ ਲੱਗਦਾ ਉਸਨੂੰ ਆਪਣੀ ਮਾਂ ਬਾਰੇ, ਪਰ ਜਦੋਂ ਜਵਾਨੀ 'ਚ ਪਤਾ ਲੱਗਦਾ ਹੈ ਤਾਂ ਉਹ ਆਪਣੀ ਮਾਂ ਨੂੰ ਲੱਭਣਾ ਸ਼ੁਰੂ ਕਰਦਾ ਹੈ ਤੇ ਅਖੀਰ ਤੇ ਆਪਣੀ ਮਾਂ ਨੂੰ ਮਿਲ ਵੀ ਜਾਂਦਾ ਹੈ। ਪਰ ਅੱਜ ਅਸੀਂ ਜਿਹੜੀ ਸਟੋਰੀ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ, ਇਹ ਸਟੋਰੀ ਬਿਲਕੁਲ ਹੀ ਉਸੇ ਤਰੀਕੇ ਨਾਲ ਹੀ ਮੇਲ ਖਾਂਦੀ ਹੈ, ਸੱਚੀ ਸਟੋਰੀ ਹੈ। ਪਰ ਉਹਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਸੀ ਤੇ ਮਾਂ ਨੂੰ ਆਪਣੇ ਪੁੱਤ ਨਾਲੋਂ ਵਿਛੋੜਾ ਦੇ ਦਿੱਤਾ। ਪਰ ਇਸ ਸਟੋਰੀ ਦੇ ਵਿੱਚ ਪੰਜਾਬ ਤੇ ਹਰਿਆਣੇ ਦੀ ਜਦੋਂ ਵੰਡ ਹੋਈ, ਜਦੋਂ ਪੰਜਾਬ ਤੋਂ ਹਰਿਆਣਾ ਵੱਖ ਹੋਇਆ, ਤਾਂ ਉਸ ਵੰਡ ਨੇ ਆਪਣੇ ਪੁੱਤ ਨੂੰ ਆਪਣੀ ਮਾਂ ਤੋਂ ਵਿਛੋੜ ਦਿੱਤਾ। ਪੁੱਤ ਦਾਦਕੇ ਕੋਲ ਰਹਿ ਕੇ ਜਵਾਨ ਹੋਇਆ। ਪੁੱਤ ਨੂੰ ਦੱਸਿਆ ਗਿਆ ਕਿ ਉਹਦੇ ਮਾਤਾ ਪਿਤਾ ਦਾ ਐਕਸੀਡੈਂਟ ਹੋਇਆ ਸੀ, ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਦੋਨਾਂ ਦੀ। ਪੁੱਤ ਆਪਣੇ ਦਾਦਾ ਦਾਦੀ ਕੋਲ ਪਲਦਾ ਹੈ, ਜਵਾਨ ਹੁੰਦਾ ਹੈ। 34 ਸਾਲ ਬਾਅਦ ਪੁੱਤ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਤਾ ਅਜੇ ਜਿਉਂਦੀ ਜਾਗਦੀ ਹੈ। ਮਾਤਾ ਨੂੰ ਲੱਭਦਾ ਹੈ, ਮਾਤਾ ਨੂੰ ਮਿਲਦਾ ਵੀ ਹੈ। ਵੀਡੀਓ ਵਾਇਰਲ ਹੁੰਦੀ ਹੈ ਉਸ ਮਿਲਾਪ ਦੀ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਉਸੇ ਵੀਡੀਓ ਦੇ ਜ਼ਰੀਏ ਅੱਜ ਅਸੀਂ ਉਸ ਨੌਜਵਾਨ ਦੇ ਕੋਲ ਪਹੁੰਚੇ ਹਾਂ, ਜੋ ਕਿ ਰਾਗੀ ਜਥਾ ਦੇ ਵਿੱਚ ਰਾਗੀ ਦਾ ਬਤੌਰ ਕੀਰਤਨ ਦੀ ਸੇਵਾ ਨਿਭਾਉਂਦੇ ਨੇ। ਰਾਗੀ ਜਗਜੀਤ ਸਿੰਘ 34 ਸਾਲ ਬਾਅਦ ਆਪਣੀ ਮਾਤਾ ਨੂੰ ਮਿਲੇ, ਆਪ ਲੱਭਿਆ ਤੇ ਮਿਲੇ ਵੀ ਉਹਨਾਂ ਦਿਨਾਂ 'ਚ ਜਿਨ੍ਹਾਂ ਦਿਨਾਂ ਦੇ ਵਿੱਚ ਹੜ੍ਹ ਨੇ ਲੋਕਾਂ ਦੇ ਉੱਤੇ ਮੁਸੀਬਤ ਢਾਲ ਦਿੱਤੀ, ਲੋਕਾਂ ਨੂੰ ਆਪਣੇ ਪਰਿਵਾਰ ਨਾਲੋਂ ਵਿਛੋੜ ਦਿੱਤਾ, ਕਈਆਂ ਨੂੰ ਇਸ ਜਹਾਨ ਤੋਂ ਵੀ ਉਸ ਜਗ੍ਹਾ 'ਤੇ ਭੇਜ ਦਿੱਤਾ ਜਿੱਥੋਂ ਕਦੀ ਕੋਈ ਵਾਪਸ ਨਹੀਂ ਆ ਸਕਦਾ। ਉਸ ਹੜ੍ਹ ਪੀੜਤ ਇਲਾਕਿਆਂ 'ਚ ਸੇਵਾ ਕਰਦੇ ਹੋਏ ਇਸ ਨੌਜਵਾਨ ਨੂੰ ਆਪਣੀ ਮਾਤਾ ਦਾ ਪਤਾ ਲੱਗਦਾ ਹੈ ਤੇ ਉਸੇ ਹੀ ਹੜ੍ਹ ਨੇ ਇਸ ਨੌਜਵਾਨ ਨੂੰ ਆਪਣੀ ਮਾਤਾ ਦੇ ਨਾਲ ਮਿਲਾ ਦਿੱਤਾ। ਸਾਡੇ ਨਾਲ ਮੌਜੂਦ ਨੇ ਜਗਜੀਤ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਜੋ ਕਿ ਕੀਰਤਨੀ ਜਥੇ 'ਚ ਬਤੌਰ ਕੀਰਤਨੀਆ ਸੇਵਾ ਨਿਭਾਉਂਦੇ ਨੇ। ਗੱਲਬਾਤ ਕਰ ਲੈਂਦੇ ਹਾਂ, ਕਿਵੇਂ ਪਤਾ ਚੱਲਦਾ ਹੈ ਤੇ ਕਿਵੇਂ ਸਾਰੀ ਜ਼ਿੰਦਗੀ ਬਤੀਤ ਹੁੰਦੀ ਹੈ, ਕਿਉਂਕਿ ਕਹਿ ਲਿਆ ਜਾਵੇ ਤਾਂ ਇੱਕ ਸੱਚੀ ਘਟਨਾ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਕਿ 34 ਸਾਲ ਬਾਅਦ ਮਾਂ ਨੂੰ ਪੁੱਤ ਤੇ ਪੁੱਤ ਨੂੰ ਮਾਂ ਮਿਲੀ। ਜਗਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਪੰਜਾਬ ਨਿਊਜ਼। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜਗਜੀਤ ਸਿੰਘ ਜੀ, ਕੀ ਤੁਹਾਡੀ ਸਾਰੀ ਜੀਵਨੀ ਰਹੀ ਹੈ, ਸਾਨੂੰ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਸਮਝਾਓ ਕਿ ਕਿਉਂ 34 ਸਾਲ ਬਾਅਦ ਤੁਹਾਨੂੰ ਆਪਣੀ ਮਾਤਾ ਨੂੰ ਮਿਲਣਾ ਪਿਆ? 34 ਸਾਲ ਤੱਕ ਤੁਹਾਨੂੰ ਕਿਉਂ ਨਹੀਂ ਪਤਾ ਚੱਲ ਪਾਇਆ ਕਿ ਤੁਹਾਡੀ ਮਾਤਾ ਕਿੱਥੇ ਰਹਿ ਰਹੇ ਨੇ? ਸਭ ਤੋਂ ਪਹਿਲਾਂ ਦੇਖੋ ਜੀ, ਜਦੋਂ ਮੇਰਾ ਜਨਮ ਹੁੰਦਾ ਆ, ਉਹ ਹਰਿਆਣੇ ਦੇ ਵਿੱਚ ਮੇਰਾ ਜਨਮ ਹੋਇਆ, ਜੋ ਮੈਨੂੰ ਦੱਸਿਆ ਗਿਆ, ਮੈਨੂੰ ਪਤਾ ਨਹੀਂ ਅਜੇ ਤੱਕ। ਤਾਂ ਮੈਂ 6 ਮਹੀਨਿਆਂ ਦਾ ਸੀ। ਜਿਹੜੀ ਮੈਨੂੰ ਹਿਸਟਰੀ ਦਾ ਪਤਾ ਆ ਕਿ ਮੇਰੇ ਫਾਦਰ ਸਾਹਿਬ ਜਿਹੜਾ ਉਹ ਐਕਸੀਡੈਂਟ ਹੋ ਚੁੱਕੇ। ਉਸ ਤੋਂ ਬਾਅਦ ਮੇਰੇ ਦਾਦੀ ਦਾਦੇ ਨੇ ਮੈਨੂੰ ਪਾਲਿਆ। ਪਤਾ ਨਹੀਂ ਉਸ ਵੇਲੇ ਸਮਾਜਿਕ ਕੁਰੀਤੀਆਂ ਕੀ ਸਨ ਕਿ ਨਾਨਕਿਆਂ ਦੀ ਜਾਂ ਮੇਰੇ ਦਾਦਕਿਆਂ ਦੀ ਆਪਸ ਦੇ ਵਿੱਚ ਕੀ ਗੱਲਬਾਤ ਹੋਈ ਹੈ, ਉਸ ਚੀਜ਼ ਬਾਰੇ ਨਾ ਹੀ ਮੈਂ ਕੁਛ ਜਾਣਨਾ ਚਾਹੁੰਦਾ ਅਤੇ ਨਾ ਹੀ ਮੈਂ ਆਪਣੀ ਮਾਂ ਨੂੰ ਦੁੱਖ ਦੇਣਾ ਚਾਹੁੰਦਾ ਉਹ ਚੀਜ਼ ਦੁਬਾਰਾ ਪੁੱਛ ਕੇ। ਬਸ ਇਹ ਸੀ ਕਿ ਉਸ ਤੋਂ ਬਾਅਦ ਜਦੋਂ ਮੇਰੇ ਦਾਦੀ ਦਾਦੇ ਨੇ ਮੈਨੂੰ ਪਾਲਿਆ ਅਤੇ ਮੇਰੀ ਮਾਂ ਨੂੰ ਮੇਰੇ ਨਾਲੋਂ ਵੱਖ ਹੋਣਾ ਪਿਆ ਕਿਸੇ ਕਾਰਨ ਕਰਕੇ। ਮੇਰੀ ਮਾਂ ਨੇ, ਹੁਣ ਮੈਂ ਜਦੋਂ ਪੁੱਛਿਆ ਤਾਂ ਮੇਰੀ ਮਾਂ ਨੇ ਦੱਸਿਆ ਕਿ ਮੈਂ ਤੈਨੂੰ 1 ਸਾਲ ਆਪਣਾ ਦੁੱਧ ਵੀ ਪਿਆਇਆ, 2-3 ਸਾਲ ਤੈਨੂੰ ਪਾਲਿਆ, ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਮੈਂ ਰਹੀ ਹਾਂ। ਉਸ ਤੋਂ ਬਾਅਦ ਜਦੋਂ ਵੱਖ ਹੁੰਦੀ ਹੈ ਤਾਂ ਮੇਰੇ ਦਾਦੀ ਦਾਦਾ ਮੇਰੇ ਦਾਦਾ ਜੀ ਹਰਿਆਣਾ ਪੁਲਿਸ ਦੇ ਵਿੱਚ ਸੀ ਜੋਬ ਕਰਦੇ, ਅਤੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਮੇਰੇ ਦਾਦੀ ਦਾਦਾ ਮੈਨੂੰ ਜਿਹੜੇ ਆ ਉਹ ਹਰਿਆਣੇ ਤੋਂ ਰਿਟਾਇਰਮੈਂਟ ਤੋਂ ਬਾਅਦ ਸਿੱਧੇ ਆਪਣਾ ਇੱਥੇ ਕਾਦੀਆਂ ਦੇ ਵਿੱਚ ਆਪਾਂ ਵਸੇ, ਕਿਉਂਕਿ ਪਿੰਡ ਸਾਡਾ ਇੱਥੋਂ 4 ਕਿਲੋਮੀਟਰ ਆ ਅਤੇ ਅਸੀਂ ਸ਼ਹਿਰ ਦੇ ਵਿੱਚ ਆੜ ਕੇ ਵਸਣ ਲੱਗ ਪਏ। ਉਸ ਤੋਂ ਉਪਰੰਤ ਮੇਰੇ ਦਾਦੀ ਦਾਦੇ ਨੇ ਮੈਨੂੰ 10th ਤੱਕ ਮੈਨੂੰ ਇਹੀ ਪਤਾ ਸੀ ਕਿ ਮੇਰੇ ਜਿਹੜੇ ਦਾਦੀ ਦਾਦਾ ਨੇ ਉਹੀ ਮੇਰੇ ਮਾਂ ਪਿਓ ਨੇ। ਮੈਂ ਉਹਨਾਂ ਨੂੰ ਹੀ ਆਪਣੇ ਜਿਹੜੇ ਪੇਰੈਂਟਸ ਸਮਝਦਾ ਰਿਹਾ, ਹੈ ਵੀ ਸੀ, ਕਿਉਂਕਿ ਉਹਨਾਂ ਨੇ ਮੇਰੇ ਵਾਸਤੇ ਬਹੁਤ ਕੁਛ ਕੀਤਾ। ਜੇ ਮੈਂ ਅੱਜ ਜੋ ਵੀ ਇੱਥੇ ਜਿਸ ਮੁਕਾਮ 'ਤੇ ਮੈਂ ਪਹੁੰਚਿਆ ਵਾਂ, ਸ਼ਾਇਦ ਉਹਨਾਂ ਦਾ ਕਰਕੇ ਹੀ ਪਹੁੰਚਿਆ। ਤਾਂ ਪਰ ਉਹਨਾਂ ਨੇ ਮੈਨੂੰ ਇਸ ਚੀਜ਼ ਤੋਂ ਲੁਕਾ ਰੱਖਿਆ ਕਿ ਸ਼ਾਇਦ ਇਹ ਦੁੱਖ ਹੋਵੇ ਜਾਂ ਉਹਨਾਂ ਦੇ ਮਨ 'ਚ ਕੋਈ ਡਰ ਸੀਗਾ, ਸ਼ਾਇਦ ਉਹਨਾਂ ਨੇ ਮੈਨੂੰ ਨਹੀਂ ਇਸ ਚੀਜ਼ ਬਾਰੇ ਦੱਸਿਆ। ਉਸ ਤੋਂ ਉਪਰੰਤ ਜਦੋਂ 10ਵੀਂ ਦੇ ਵਿੱਚ ਮੇਰੇ ਦਾਦੀ ਜੀ ਜਿਹੜੇ ਉਹ ਚੜ੍ਹਾਈ ਕਰ ਜਾਂਦੇ ਨੇ। ਚੜ੍ਹਾਈ ਕਰਨ ਤੋਂ ਬਾਅਦ ਮੇਰੇ ਸਿਰ 'ਤੇ ਥੋੜ੍ਹੀ ਮੁਸੀਬਤ ਜਿਹੜੀ ਉਹ ਆਈ ਕਿ ਮੈਂ ਸਟੱਡੀ ਵੀ ਕਰਨੀ। ਦਾਦਾ ਜੀ ਵੀ ਹੈਂਡੀਕੈਪਡ ਸੀ, ਉਹਨਾਂ ਦੀ ਲੱਤ ਟੁੱਟੀ ਸੀ, ਉਹਨਾਂ ਦੀ ਟੇਕ ਕੇਅਰ ਕਰਦਾ ਰਿਹਾ ਅਤੇ ਰੋਟੀ ਪਾਣੀ ਵੀ ਆਪ ਪਕਾਉਣਾ, ਸਟੱਡੀ ਵੀ ਕਰਨੀ। ਅਤੇ ਉਹ ਸਟੱਡੀ ਕਰਨ ਦੇ ਨਾਲ ਨਾਲ ਜਦੋਂ ਮੈਂ ਘਰ ਦੀ ਸਫਾਈ ਕਰਨੀ ਸ਼ੁਰੂ ਕੀਤੀ, ਘਰ ਮੇਨਟੇਨ ਕਰਨਾ ਸ਼ੁਰੂ ਕੀਤਾ, ਅਤੇ ਮੈਨੂੰ ਘਰ ਦੇ ਵਿੱਚੋਂ ਇੱਕ ਐਲਬਮ ਲੱਭੀ ਪੁਰਾਣੀ, ਸ਼ਾਇਦ ਉਹ ਮੇਰੇ ਮੰਮੀ ਡੈਡੀ ਦੀ ਵਿਆਹ ਦੀ ਸੀ।
ਤਾਂ ਉਦੋਂ ਮੈਂ ਆਪਣੇ ਫਾਦਰ ਸਾਹਿਬ, ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਸ ਦੀ ਹੈ, ਅਤੇ ਉਹਨਾਂ ਨੇ ਮਤਲਬ ਕਿ ਰੋ ਕੇ ਮੈਨੂੰ ਗਲ ਨਾਲ ਲਾ ਕੇ ਦੱਸਿਆ ਕਿ ਇਹ ਤੇਰੇ ਪੇਰੈਂਟਸ ਸੀਗੇ। ਤਾਂ ਉਹਨਾਂ ਨੇ ਕਾਫੀ ਮੈਨੂੰ ਸਟੋਰੀ ਸੁਣਾਈ, ਪਰ ਉਸ ਦੇ ਵਿੱਚ ਉਹਨਾਂ ਨੇ ਮੈਨੂੰ ਸਟੋਰੀ 'ਚ ਇਹ ਜ਼ਿਕਰ ਕੀਤਾ ਕਿ ਤੇਰੇ ਮੰਮੀ ਡੈਡੀ ਜਿਹੜੀ ਸੀ ਉਹ ਦੋਨਾਂ ਦੀ ਐਕਸੀਡੈਂਟ ਨਾਲ ਮੌਤ ਹੋ ਗਈ ਸੀ। ਯਾਨੀ ਕਿ ਉਹਨਾਂ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਅਜੇ ਵੀ ਹੈ। ਚਲੋ ਫਿਰ ਮੈਂ ਉਸ ਤੋਂ ਬਾਅਦ ਮੈਂ ਇਸ ਵਿਜੋਗ 'ਚ ਜਿਉਂਦਾ ਰਿਹਾ ਕਿ ਸ਼ਾਇਦ ਮੇਰੀ ਮਾਂ ਪਿਓ ਸੀ, ਮੈਂ ਉਹਨਾਂ ਨੂੰ ਵੇਖਿਆ ਵੀ ਨਹੀਂ। ਤਾਂ ਉਸ ਤੋਂ ਉਪਰੰਤ ਜਦੋਂ ਮੈਂ ਥੋੜ੍ਹਾ ਹੋਰ ਮੈਚਿਓਰ ਹੁੰਦਾ ਵਾਂ, ਮੇਰੀ ਮੈਰਿਜ ਹੋ ਜਾਂਦੀ ਹੈ। ਮੈਰਿਜ ਵੀ ਮੇਰੀ ਜਿਹੜੀ ਉਹ ਜਲਦੀ ਹੋ ਗਈ, ਕਿਉਂਕਿ ਮੇਰੇ ਹੁਣ ਬੱਚੇ ਕਾਫੀ ਵੱਡੇ ਹੋ ਚੁੱਕੇ ਨੇ। 14 ਸਾਲ ਦੀ ਮੇਰੀ ਬੇਟੀ ਹੈ, ਵਾਈਫ ਹੈ ਮੇਰੀ ਬਹੁਤ ਨਾਈਸ। ਉਹਨਾਂ ਨੇ ਮੈਨੂੰ ਬੜਾ ਇੱਥੋਂ ਮੁਕਾਮ ਤੱਕ ਪਹੁੰਚਾਉਣ ਤੱਕ ਮੇਰਾ ਸਾਥ ਦਿੱਤਾ ਉਹਨਾਂ ਨੇ। ਤਾਂ ਉਸ ਤੋਂ ਬਾਅਦ ਜਦੋਂ ਮੇਰੇ ਦਾਦਾ ਜੀ ਦੀ ਡੈਥ ਹੁੰਦੀ ਹੈ, ਉਦੋਂ ਵੀ ਮੈਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਕਿ ਮੇਰੀ +2 ਦੇ ਵਿੱਚ ਥੋੜ੍ਹੀ ਮਾੜੀ ਸੰਗਤ ਪੈ ਚੁੱਕੀ ਸੀ। ਮੈਂ ਆਪਣੇ ਵਾਲ ਵੀ, ਕੇਸ ਵੀ ਕਤਲ ਕਰਵਾਏ। ਤਾਂ ਮੇਰੇ ਦਾਦਾ ਜੀ ਨੂੰ ਇਹ ਸੀ ਕਿ ਮੇਰਾ ਪੋਤਰਾ ਜਿਹੜਾ ਆ ਉਹ ਮੇਰੇ ਕੋਲ ਇੱਕੋ ਇੱਕ ਨਿਸ਼ਾਨੀ ਆ, ਅਤੇ ਉਹ ਕਿਸੇ ਮੁਕਾਮ ਤੱਕ ਪਹੁੰਚੇ। ਪਰ ਮੈਂ ਉਹ ਥੋੜ੍ਹੀ ਮੇਰੀ ਮਾੜੀ ਸੰਗਤ ਦੇਖ ਕੇ ਉਹਨਾਂ ਦੇ ਮਨ 'ਚ ਦੁੱਖ ਸੀਗਾ। ਪਰ ਪਤਾ ਨਹੀਂ ਮੇਰੀ ਵਾਈਫ ਦੇ ਆਉਣ ਦੇ ਨਾਲ ਜਿਸ ਤਰ੍ਹਾਂ ਵੀ ਹੋਇਆ, ਜ਼ਿੰਦਗੀ ਨੇ ਫਿਰ ਮੋੜ ਪਲਟਿਆ ਅਤੇ ਮੈਂ ਇਸ ਲਾਈਨ ਦੇ ਵਿੱਚ ਆਇਆ। ਮੈਂ ਅੰਮ੍ਰਿਤ ਛਕਿਆ, ਸਿੰਘ ਸਜਿਆ। ਫਿਰ ਮੈਂ ਸੋਸ਼ਲ ਵਰਕ ਦੇ ਵਿੱਚ ਕਾਫੀ ਮਤਲਬ ਕਿ ਮੈਨੂੰ ਇੰਟਰਸਟ ਸੀਗਾ। ਕੀਰਤਨ ਲਾਈਨ ਦੇ ਵਿੱਚ ਮੈਂ ਜਦੋਂ ਪਿਆ, ਅਤੇ ਗੁਰੂ ਸਾਹਿਬ ਨੇ ਬਹੁਤ ਜਲਦੀ ਮਤਲਬ ਕਿ ਮੇਰੇ ਇਸ ਕੀਰਤਨ ਲਾਈਨ ਨੂੰ ਇਲਾਕੇ ਦੇ ਵਿੱਚ ਨਹੀਂ, ਪੂਰੇ ਪੰਜਾਬ 'ਚ, ਪੂਰੇ ਵਰਲਡ ਦੇ ਵਿੱਚ ਵੀ ਮੈਂ ਹਰ ਜਗ੍ਹਾ ਕੀਰਤਨ ਜਿਹੜਾ ਉਹ ਕਰ ਚੁੱਕੇ ਹਾਂ ਆਪਾਂ। ਤਾਂ ਮੇਰੀ ਜਿਹੜੀ ਐਲਬਮ ਸੀਗੀ ਨਾ, ਫਸਟ ਐਲਬਮ PTC ਨਿਊਜ਼ 'ਤੇ ਉਹਦੀ ਐਡ ਚੱਲਣੀ ਸੀ, ਅਤੇ ਦਾਦਾ ਜੀ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਮਤਲਬ ਮੇਰਾ ਬੱਚਾ ਜਿਹੜਾ ਉਹ ਫੇਮਸ ਹੋ ਚੁੱਕਾ। ਅਤੇ ਜਦੋਂ ਦਾਦਾ ਜੀ ਮੇਰੇ ਬੈੱਡ 'ਤੇ ਪੈ ਗਏ, ਉਸ ਟਾਈਮ ਕੰਡੀਸ਼ਨ ਉਹਨਾਂ ਦੀ ਖਰਾਬ ਸੀ। ਅਗਲੇ ਦਿਨ PTC ਨਿਊਜ਼ 'ਤੇ ਮੇਰੀ ਐਲਬਮ ਚੱਲਣੀ ਸੀ ਕੀਰਤਨ ਦੀ, ਅਤੇ ਉਸ ਰਾਤ ਨੂੰ ਮੇਰੇ ਦਾਦਾ ਜੀ ਜਿਹੜੇ ਸਵਾਸ ਛੱਡ ਜਾਂਦੇ। ਯਾਨੀ ਕਿ ਉਹ ਵੀ ਮੈਨੂੰ ਨਹੀਂ ਵੇਖ ਸਕੇ ਵੀ ਮਤਲਬ ਜੋ ਉਹ ਚਾਹੁੰਦੇ ਸੀ। ਤਾਂ ਜਦੋਂ ਉਸ ਤੋਂ ਬਾਅਦ ਫਿਰ ਮੈਂ ਇਕੱਲਾ ਰਹਿ ਗਿਆ ਆਪਣੀ ਫੈਮਿਲੀ ਦੇ ਵਿੱਚ, ਸਾਰੀ ਸਟਰਗਲ ਕੀਤਾ, ਜਿਸ ਤਰ੍ਹਾਂ ਵੀ ਆ ਮੁਕਾਮ ਤੱਕ ਪਹੁੰਚਿਆ, ਆਪਣੀ ਲਾਈਫ ਦੇ ਵਿੱਚ ਅਚੀਵ ਕੀਤਾ ਸਾਰਾ ਕੁਛ। ਅਤੇ ਉਸ ਤੋਂ ਉਪਰੰਤ ਫਿਰ ਮੈਨੂੰ ਆਪਣੇ ਕਿਸੇ ਰਿਸ਼ਤੇਦਾਰਾਂ ਕੋਲੋਂ ਜਾਂ ਕੁਛ ਨਾ ਕੁਛ ਜਦੋਂ ਸਮਝ ਆਈ, ਤਾਂ ਮੈਨੂੰ ਕਲਿਊ ਮਿਲੇ ਕਿ ਨਹੀਂ, ਇਹ ਕਹਾਣੀ ਕੁਛ ਹੋਰ ਸੀਗੀ। ਮੇਰੇ ਮੰਮੀ ਡੈਡੀ ਦੀ ਡੈਥ ਨਹੀਂ ਸੀ ਹੋਈ, ਇਕੱਲੇ ਫਾਦਰ ਸਾਹਿਬ ਦੀ ਡੈਥ ਹੋਈ ਸੀ, ਅਤੇ ਮਾਂ ਮੇਰੀ ਅਜੇ ਵੀ ਹੈ, ਪਰ ਪਤਾ ਨਹੀਂ ਕਿੱਥੇ ਹੈ। ਜਦੋਂ ਇਹ ਗੱਲ ਤੁਹਾਨੂੰ ਪਤਾ ਲੱਗੀ ਕਿ ਤੁਹਾਡੇ ਮਦਰ ਅਜੇ ਵੀ ਹੈ ਨੇ, ਅਤੇ ਦਾਦਾ ਦਾਦੀ ਨੇ ਤਾਂ ਕਿਹਾ ਸੀ ਕਿ ਐਕਸੀਡੈਂਟ ਦੇ ਵਿੱਚ ਦੋਨਾਂ ਦੀ ਮੌਤ ਹੋ ਗਈ ਸੀ, ਤੁਹਾਡੇ ਫਾਦਰ ਦੀ ਅਤੇ ਮਦਰ ਦੀ ਵੀ, ਉਦੋਂ ਫਿਰ ਤੁਹਾਡੇ ਮਨ ਦੇ ਉੱਤੇ ਕਿੰਨਾ ਕੁ ਅਸਰ ਹੋਇਆ ਇਸ ਗੱਲ ਨੂੰ ਲੈ ਕੇ ਕਿ ਮਤਲਬ ਮੇਰੇ ਮਦਰ ਅਜੇ ਹੈਗੇ ਨੇ, ਜਿੰਦਾ ਜਾਗਦਾ ਨੇ, ਅਤੇ ਇਸ ਗੱਲ ਨੂੰ ਲੈ ਕੇ ਕਿੰਨਾ ਕੁ ਅਸਰ ਹੋਇਆ ਕਿ ਦਾਦਾ ਦਾਦੀ ਨੇ ਕਿਉਂ ਨਹੀਂ ਸੱਚ ਦੱਸਿਆ? ਦੇਖੋ, ਇਹਦੇ ਪਿੱਛੇ ਤੇ ਮੇਰੇ ਜਿਹੜੇ ਲੋਕ, ਜਿਹੜੇ ਰਿਸ਼ਤੇ ਮੇਰੇ ਸੀ, ਜੋ ਇਸ ਕਹਾਣੀ ਨੂੰ, ਸੱਚਾਈ ਨੂੰ ਜਾਣਦੇ ਸੀ, ਉਹ ਸਾਰਿਆਂ ਦੀ ਡੈਥ ਹੋ ਚੁੱਕੀ ਸੀ ਜਦੋਂ ਮੈਨੂੰ ਪਤਾ ਲੱਗਾ। ਮੇਰੀ ਤਾਇਆ ਸੀ, ਉਹਨਾਂ ਦੀ ਡੈਥ ਹੋ ਗਈ। ਮੇਰੇ ਗ੍ਰੈਂਡਫਾਦਰ ਹੀ, ਮਦਰ ਹੀ, ਉਹਨਾਂ ਦੀ ਡੈਥ ਹੋ ਗਈ। ਕੋਈ ਮੇਰਾ ਚਾਚਾ ਤਾਇਆ ਸਕਾ ਜਾਂ ਭੈਣ ਭਰਾ ਜਾਂ ਨਾਨੀ ਨਾਨਾ ਕੋਈ ਵੀ ਰਿਸ਼ਤੇਦਾਰ ਨਹੀਂ ਸੀ। ਅਸਲ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਮਾਂ ਮੈਨੂੰ ਛੱਡ ਕੇ ਗਈ ਆ, ਤਾਂ ਖੁਦਾ ਗਵਾਹ ਆ, ਮੈਨੂੰ ਮਾਂ ਲਫ਼ਜ਼ ਨਾਲ ਨਫ਼ਰਤ ਹੋ ਚੁੱਕੀ ਸੀ ਕਿ ਮੇਰੀ ਮਾਂ ਮੈਨੂੰ ਕਿਉਂ ਛੱਡ ਕੇ ਗਈ। ਮੈਂ ਇੰਨਾ ਮਾੜਾ ਸੀ ਕਿ ਮਨ ਦੇ ਵਿੱਚ ਮੈਂ ਬਹੁਤ ਜ਼ਿਆਦਾ ਦੁਖੀ ਸੀ। ਉੱਪਰੋਂ ਮੈਂ ਹੱਸਦਾ ਖੇਡਦਾ, ਮੈਂ ਬਹੁਤ ਫਨੀ ਕਿਸਮ ਦਾ ਇੱਕ ਇਨਸਾਨ ਸੀ, ਪਰ ਅੰਦਰ ਇਹ ਗੱਲ ਤੁਹਾਡੇ ਮਨ 'ਚ ਕਿੰਨੇ ਬਿਠਾ ਦਿੱਤੀ ਸੀ ਕਿ ਤੁਹਾਡੀ ਮਦਰ ਤੁਹਾਨੂੰ ਛੱਡ ਕੇ ਚਲੇ ਗਈ, ਜਦ ਕਿ ਦਾਦਾ ਦਾਦੀ ਤਾਂ ਕਹਿੰਦੇ ਸੀ ਕਿ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ? ਹਾਂਜੀ, ਬਾਅਦ 'ਚ ਮੈਨੂੰ ਪਤਾ ਲੱਗਾ ਨਾ, ਰਿਸ਼ਤੇਦਾਰਾਂ ਕੋਲ, ਮੇਰੀਆਂ ਭੂਆ ਸੀਗੀਆਂ, ਉਹਨਾਂ ਨੇ ਦੱਸਿਆ ਕਿ ਨਹੀਂ, ਤੇਰੀ ਮਾਂ ਹੈ ਅਜੇ। ਅਤੇ ਉਹਦੇ ਮਤਲਬ ਉਹਨਾਂ ਦਾ ਕਹਿਣਾ ਇਹ ਸੀ ਕਿ ਤੇਰੇ ਜਿਹੜਾ ਨਾਨਕਾ ਪਰਿਵਾਰ ਸੀ ਉਹ ਉਹਨਾਂ ਨੂੰ ਲੈ ਗਿਆ। ਮੈਂ ਉਸ ਚੀਜ਼ ਨੂੰ ਨਹੀਂ ਛੇੜਨਾ ਚਾਹੁੰਦਾ, ਜੋ ਉਹਨਾਂ ਦਾ ਘਰੇਲੂ ਹੋਇਆ ਸੀ ਮਸਲਾ। ਤਾਂ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਮਾਂ ਅਜੇ ਹੈ, ਅਤੇ ਮੈਂ ਬੜੇ ਵਿਰਾਗ 'ਚ ਵੀ ਰਹਿਣਾ, ਅਤੇ ਉਹਦੀਆਂ 2 ਫੋਟੋਆਂ ਮੇਰੇ ਕੋਲ ਅਜੇ ਵੀ ਹੈ, ਜਿਹੜੀਆਂ ਮੈਂ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਕਈ ਵਾਰ ਸ਼ੇਅਰ ਕਰਕੇ ਮੈਂ ਉਹ ਜਿਹੜਾ ਹਰਟ ਹੁੰਦਾ ਰਿਹਾ ਵਾਂ। ਸੋ ਜਦੋਂ ਮੈਨੂੰ ਮਾਂ ਦਾ ਪਤਾ ਲੱਗਾ, ਅਤੇ ਬੜੀ ਸਰਚ ਮੈਂ ਕੋਸ਼ਿਸ਼ ਕਰਨੀ, ਆਪਣੇ ਤਾਇਆ ਜੀ ਨੂੰ ਪੁੱਛਣਾ ਵੀ ਮੈਂ ਮਿਲਣਾ ਜ਼ਰੂਰ ਆ। ਮੇਰੇ ਫਰੈਂਡ ਆ ਪਿੰਟੂ ਰਿਆੜ ਹਾਂਗਕਾਂਗ ਤੋਂ, ਅਵਤਾਰ ਸਿੰਘ ਹੁਣੀ ਬੈਠੇ ਨੇ, ਸੁਰਿੰਦਰ ਭਾਜੀ, ਹੋਰ ਵੀ ਮੇਰੇ ਬੜੇ ਚਾਹੁਣ ਵਾਲੇ, ਪਾਹੁਲ ਆ, ਉਹਨਾਂ ਨੇ ਮੈਨੂੰ ਬੜੀ ਵਾਰੀ ਕਿਹਾ ਕਿ ਆਪਾਂ ਤੇਰੇ ਨਾਲ ਜਾਣਾ ਆ, ਫਾਈਂਡ ਆਊਟ ਕਰਨਾ ਜ਼ਰੂਰ ਆ, ਆਪਾਂ ਉਹ ਤੇਰੀ ਮਾਂ ਨੂੰ ਲੱਭਣਾ ਵਾ। ਪਰ ਕਦੀ ਸਬੱਬ ਹੀ ਨਹੀਂ ਇੱਦਾਂ ਦਾ ਬਣਿਆ ਸੀ ਕਿ ਮੈਂ ਆਪਣੀ ਮਾਂ ਨੂੰ ਲੱਭ ਸਕਾਂ। ਤਾਂ ਅਚਾਨਕ ਹੁਣ ਜਦੋਂ ਮੈਂ ਮਾਂ ਨੂੰ ਮਿਲਿਆ ਵਾਂ, ਉਹਦਾ ਰੀਜ਼ਨ ਇਹ ਸੀ ਕਿ ਮੈਂ ਫਲੱਡ ਏਰੀਆ ਦੇ ਵਿੱਚ, ਜਿੱਥੇ ਹੜ੍ਹ ਆਇਆ, ਉੱਥੇ ਸਾਡੀਆਂ ਖਾਲਸਾ ਏਡ ਦੀਆਂ ਟੀਮਾਂ, ਸਾਡੀ ਭਾਈ ਘਨਈਆ ਜੀ NGO, ਉਹਦੇ ਵੱਲੋਂ ਵੀ ਸਾਡੀ ਸੇਵਾ ਉੱਥੇ ਚੱਲ ਰਹੀ ਸੀ। ਤਾਂ ਮੈਂ ਪਟਿਆਲੇ ਏਰੀਆ ਦੇ ਵਿੱਚ ਸੀ। ਤਾਂ ਅਚਾਨਕ ਮੈਨੂੰ ਮੇਰੀ ਭੂਆ ਦਾ ਵੈਸੇ ਹੀ ਫੋਨ ਆਉਂਦਾ ਆ ਕਿ ਹਾਲ ਚਾਲ ਪੁੱਛਣ ਵਾਸਤੇ ਕਿ ਬੇਟਾ ਕੀ ਹਾਲ ਆ, ਕਿੱਥੇ ਆ। ਤਾਂ ਮੈਂ ਕਿਹਾ ਕਿ ਮੈਂ ਪਟਿਆਲੇ ਏਰੀਏ ਦੇ ਵਿੱਚ ਸੇਵਾ ਨਿਭਾ ਰਿਹਾ। ਤਾਂ ਉਹਨਾਂ ਦੇ ਮੂੰਹ 'ਚੋਂ ਨਿਕਲਿਆ ਕਿ ਬੇਟਾ ਤੇਰੇ
ਨਾਨਕੇ ਸ਼ਾਇਦ ਇੱਧਰ ਹੀ ਆ ਕਿਤੇ, ਜਿਹੜਾ ਅੱਜ ਤੱਕ 34 ਸਾਲਾਂ 'ਚ ਉਹਨਾਂ ਨੇ ਕਦੀ ਜ਼ਿਕਰ ਨਹੀਂ ਕੀਤਾ। ਉਹ ਉਹਨਾਂ ਦੇ ਮੂੰਹੋਂ ਨਿਕਲਿਆ ਕਿ ਤੇਰੇ ਨਾਨਕੇ ਉੱਥੇ ਆ। ਤੁਹਾਨੂੰ ਕੀ ਲੱਗਦਾ ਫਿਰ 34 ਸਾਲ ਜਿਨ੍ਹਾਂ ਨੇ ਜ਼ਿਕਰ ਨਹੀਂ ਕੀਤਾ, ਅਚਾਨਕ ਹੀ ਉੱਥੇ ਤੁਸੀਂ ਹਰ ਪੀੜਤਾਂ ਦੀ ਸੇਵਾ ਕਰ ਰਹੇ ਹੋ, ਉੱਥੇ ਉਹਨਾਂ ਦੀ ਮਦਦ ਲਈ ਪਹੁੰਚੇ ਹੋਏ ਹੋ, ਤੇ ਅਚਾਨਕ ਹੀ ਉਹਨਾਂ ਦੇ ਮੂੰਹ 'ਚੋਂ ਨਿਕਲ ਜਾਂਦਾ ਹੈ ਕਿ ਤੁਹਾਡੇ ਨਾਨਕੇ ਇੱਥੇ ਆ। ਕੀ ਸੋਚਦੇ ਹੋ ਇਸ ਪਿੱਛੇ ਕੀ ਕਾਰਨ ਹੋਊਗਾ? ਕਿਉਂ ਅਚਾਨਕ 34 ਸਾਲ ਬਾਅਦ ਉਹਨਾਂ ਦੇ ਮੂੰਹ 'ਚੋਂ ਇਹ ਗੱਲ ਉੱਥੇ ਨਿਕਲੀ ਜਿੱਥੇ ਤੁਸੀਂ ਸੇਵਾ ਕਰ ਰਹੇ? ਇਹ ਗੁਰੂ ਸਾਹਿਬ ਦਾ ਹੀ ਪ੍ਰਤਾਪ ਆ। ਜਦੋਂ ਉਹਨੇ ਮਿਲਾਉਣਾ ਸੀਗਾ, ਦੇਖੋ ਮੈਂ ਫਲੱਡ ਜਿਹੜਾ ਆ ਉਹ ਇਕੱਲੇ ਲੁਧਿਆਣੇ ਏਰੀਏ 'ਚ ਨਹੀਂ, ਪਟਿਆਲੇ ਏਰੀਏ ਚ ਨਹੀਂ ਆ, ਕਪੂਰਥਲੇ ਏਰੀਏ 'ਚ ਵੀ ਆ, ਪੂਰੇ ਪੰਜਾਬ ਦੇ ਕਈ ਜਿਹੜੇ ਜ਼ਿਲ੍ਹੇ ਆ ਉਹ ਪ੍ਰਭਾਵਿਤ ਹੋਏ ਆ। ਇਹ ਗੁਰੂ ਸਾਹਿਬ ਦਾ ਉਹਨਾਂ ਨੇ ਮੇਲ ਕਰਾਉਣਾ ਸੀ ਕਿ ਮੈਂ ਪਟਿਆਲੇ 'ਚ ਹੀ ਫੋਨ ਚੁੱਕਣਾ ਸੀ, ਤੇ ਮੇਰੀ ਭੂਆ ਨੇ ਕਹਿਣਾ ਸੀ ਪਟਿਆਲੇ। ਜੇ ਮੈਂ ਜਲੰਧਰ ਹੁੰਦਾ ਤੇ ਫਿਰ ਕੋਈ ਨਾਰਮਲ ਗੱਲ ਹੋਣੀ ਸੀ, ਉਹਨਾਂ ਨੇ ਕਹਿਣਾ ਹਾਂ ਠੀਕ ਆ ਓਕੇ। ਜੇ ਮੈਂ ਪਟਿਆਲੇ ਦੀ ਗੱਲ ਹੋਈ ਤੇ ਉਹ ਨਾਨਕਿਆਂ ਦਾ ਜ਼ਿਕਰ ਹੋਇਆ। ਤਾਂ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਥੋੜ੍ਹਾ ਜਿਹਾ ਸ਼ੌਕ ਜਿਹਾ ਹੋ ਗਿਆ ਵੀ ਕੀ ਮਤਲਬ ਦੁਬਾਰਾ ਦੱਸਿਓ। ਤਾਂ ਫਿਰ ਉਹਨਾਂ ਨੇ ਥੋੜ੍ਹਾ ਝਿਜਕ ਕੇ ਕਿਹਾ ਵੀ ਤੇਰੇ ਨਾਨਕੇ ਇੱਧਰ ਸੀਗੇ, ਤੇ ਮੈਨੂੰ ਕਨਫਰਮ ਨਹੀਂ ਆ ਵੀ ਕਿਹੜਾ ਪਿੰਡ ਆ, ਬੋਹੜਪੁਰ ਆ ਜਾਂ ਬੋਧਪੁਰ ਆ। ਤਾਂ ਮੇਰੇ ਨਾਲ ਮੇਰੀ ਫਰੈਂਡ ਸੀਗੀ, 2-3 ਹੋਰ ਸੀਗੇ ਫਰੈਂਡ। ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਹੈ, ਤੁਸੀਂ ਇੰਨੇ ਸੈਡ ਕਿਉਂ ਹੋ ਗਏ ਹੋ? ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮਤਲਬ ਮੇਰੇ ਨਾਨਕੇ ਆ ਸ਼ਾਇਦ ਇੱਧਰ ਕਿਤੇ, ਬੋਹੜਪੁਰ ਪਿੰਡ ਹੈ ਕੋਈ, ਮੈਂ 2-3 ਨਾਂ ਲਏ। ਕਹਿੰਦੇ ਨਹੀਂ, ਬੋਹੜਪੁਰ ਪਿੰਡ ਇੱਥੋਂ 8 ਕਿਲੋਮੀਟਰ ਆ ਜਿੱਥੇ ਆਪਾਂ ਖੜੇ ਆ। ਤਾਂ ਮਨ ਦੇ ਵਿੱਚ ਬਹੁਤ ਖੁਸ਼ੀ ਹੋਈ ਵੀ ਸ਼ਾਇਦ ਆਪਾਂ ਜਿਹੜੀ ਚੀਜ਼ ਦੀ ਮੈਂ ਭਾਲ 'ਚ ਲੱਗਾ ਵਾਂ ਬੜੀ ਟਾਈਮ ਦਾ, ਤੇ ਉਹ ਸ਼ਾਇਦ ਹੁਣ ਮੈਨੂੰ ਮਿਲ ਜੂਗੀ। ਤਾਂ ਫਿਰ ਉਸੇ ਟਾਈਮ ਉਹ ਮੇਰੇ ਫਰੈਂਡ ਜਿਹੜੇ ਅਸੀਂ ਉਸ ਪਿੰਡ ਨੂੰ ਫਾਈਂਡ ਆਊਟ ਕੀਤਾ, ਤੇ ਉਹ ਆਪਾਂ ਪਿੰਡ 'ਚ ਪਹੁੰਚੇ। ਪਿੰਡ ਬੋਹੜਪੁਰ, ਪਟਿਆਲਾ ਤੋਂ ਰਾਜਪੁਰਾ ਰੋਡ 'ਤੇ। ਜਦੋਂ ਫਿਰ ਪਿੰਡ ਪਹੁੰਚੇ ਤੁਸੀਂ, ਤੇ ਫਿਰ ਆਪਣੇ ਨਾਨਕਿਆਂ ਦਾ ਘਰ ਕਿਵੇਂ ਲੱਭਿਆ, ਜਾਂ ਫਿਰ ਨਾਨਕਿਆਂ ਦੇ ਘਰ ਦਾ ਕਿਵੇਂ ਪਤਾ ਲੱਗਾ? ਉਹ ਅੱਗੇ ਦੀ ਖੋਜ ਕਿੱਦਾਂ ਕੀਤੀ ਕਿ ਮੈਂ ਹੁਣ ਨਾਨਕਿਆਂ ਦੇ ਪਿੰਡ ਤੇ ਪਹੁੰਚ ਗਿਆ, ਪਰ ਮੈਨੂੰ ਘਰ ਵੀ ਪਤਾ ਲੱਗਣਾ ਚਾਹੀਦਾ, ਮੇਰਾ ਘਰ ਕਿੱਥੇ ਆ ਨਾਨਕਿਆਂ ਦਾ? ਦੇਖੋ ਇਹ ਗੁਰੂ ਸਾਹਿਬ ਨੇ ਸਿਰਫ ਇਹਦੇ 'ਚ ਮੈਨੂੰ ਕੋਈ ਜ਼ਿਆਦਾ ਸਟਰਗਲ ਨਹੀਂ ਕਰਨਾ ਪਿਆ, ਜਿਸ ਤਰ੍ਹਾਂ ਗੁਰੂ ਸਾਹਿਬ ਆਪ ਮੈਨੂੰ ਖਿੱਚ ਕੇ ਲਿਆ ਰਹੇ ਸੀ ਮਾਂ ਵੱਲ। ਅਚਾਨਕ ਜਦੋਂ ਮੈਂ ਪਿੰਡ 'ਚ ਪਹੁੰਚਿਆ ਤੇ ਮੈਂ ਆਪਣੀ ਭੂਆ ਨੂੰ 2 ਫੋਨ ਲਾਏ, ਉਹ ਸ਼ਾਇਦ ਬਿਜ਼ੀ ਸੀ, ਫੋਨ ਨਹੀਂ ਚੁੱਕ ਪਾਏ। ਤਾਂ ਫਿਰ ਮੇਰੇ ਤਾਇਆ ਜੀ ਨੇ, ਸੁਰਜੀਤ ਸਿੰਘ ਇੰਸਪੈਕਟਰ ਰਿਟਾਇਰ ਨੇ, ਉਹਨਾਂ ਨਾਲ ਮੇਰਾ ਬੜਾ ਪ੍ਰੇਮ ਆ। ਉਹਨਾਂ ਨੂੰ ਮੈਂ ਫੋਨ ਕੀਤਾ ਕਿ ਤਾਇਆ ਜੀ ਤੁਸੀਂ ਮੇਰੇ ਫਾਦਰ ਸਾਹਿਬ ਦੀ ਮੈਰਿਜ 'ਤੇ ਉੱਥੇ ਗਏ ਸੀ ਹਰਿਆਣੇ, ਤਾਂ ਪਲੀਜ਼ ਮੈਨੂੰ ਕੋਈ ਨਾ ਕੋਈ ਕਲਿਊ ਦਿਓ ਜਿਹਦੇ ਨਾਲ ਮੈਂ ਆਪਣੇ ਜਿਹੜਾ ਨਾਨਕਾ ਪਰਿਵਾਰ ਵਾ ਉਹਨੂੰ ਮੈਂ ਲੱਭ ਸਕਾਂ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਦਾ ਕੋਈ ਨਾਮ ਜਾਂ ਕੁਛ ਇੱਦਾਂ ਦਾ ਨਹੀਂ ਯਾਦ, ਸਿਰਫ ਮੈਨੂੰ ਇੰਨਾ ਚੇਤਾ ਆ ਕਿ ਤੇਰੇ ਜਿਹੜੇ ਨਾਨਾ ਜੀ ਸੀ ਉਹਨਾਂ ਦੀ ਪੈਰਾਲਾਈਜ਼ ਦੇ ਨਾਲ ਜਿਹੜਾ ਮੂੰਹ ਥੋੜ੍ਹਾ ਉਹ ਵਿੰਗਾ ਹੋ ਗਿਆ ਸੀ। ਤਾਂ ਮੇਰੇ ਵਾਸਤੇ ਉਹ ਬਹੁਤ ਵੱਡਾ ਕਲਿਊ ਸੀਗਾ ਇੱਕ। ਤੇ ਪਿੰਡ ਦੇ ਬਜ਼ੁਰਗ ਬੈਠੇ ਸੀ, ਮੈਂ ਉਹਨਾਂ ਦੇ ਕੋਲ ਸਿੱਧਾ ਗਿਆ, ਉਹਨਾਂ ਨੂੰ ਪੁੱਛਿਆ ਕਿ ਮਤਲਬ ਕਿ ਅੱਜ ਤੋਂ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੇ ਬਜ਼ੁਰਗ ਜਿਨ੍ਹਾਂ ਦਾ ਪੈਰਾਲਾਈਜ਼ ਨਾਲ ਮੂੰਹ ਵਿੰਗਾ ਹੋਇਆ ਹੋਏ। ਤਾਂ ਉਹਨਾਂ ਦੀ ਜ਼ਬਾਨ ਅਜੇ ਮੈਂ ਬੋਲ ਹੀ ਲਿਆ ਸੀ, ਤੇ ਉਹਨਾਂ ਨੇ ਇੱਕੋ ਸ਼ਖਸੀਅਤ ਦਾ ਨਾਂ ਲਿਆ ਜਿਹੜੇ ਮੇਰੇ ਨਾਨਾ ਜੀ ਸੀ, ਸ਼ਾਇਦ ਪ੍ਰੀਤਮ ਸਿੰਘ ਜੀ। ਤਾਂ ਮੇਰੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ, ਮੇਰੇ ਹੱਥ ਵੀ ਕੰਬ ਰਹੇ ਸੀ ਕਿ ਸ਼ਾਇਦ ਮੈਂ ਪਹੁੰਚ ਚੁੱਕਿਆ ਉੱਥੇ। ਤਾਂ ਫਿਰ ਉਹਨਾਂ ਕੋਲ ਮੈਂ ਇਹ ਪੁੱਛਿਆ ਕਿ ਮਤਲਬ ਉਹਨਾਂ ਦੇ ਬੱਚੇ, ਫਿਰ ਉਹਨਾਂ ਨੇ ਦੱਸਿਆ ਸਾਰਾ ਵੀ ਹਾਂ ਉਹਨਾਂ ਦੇ 4 ਕੁੜੀਆਂ ਆ, 1 ਮੁੰਡਾ ਆ, ਵੈਲ ਸੈਟਲਡ ਫੈਮਿਲੀ ਆ। ਤਾਂ ਮੈਨੂੰ ਡਰ ਵੀ ਸੀ ਕਿ ਮੈਂ ਆਪਣੇ ਨਾਨਕਿਆਂ ਦੇ ਘਰ ਜਾ ਕੇ ਕੀ ਸਾਹਮਣਾ ਕਰਾਂਗਾ, ਕੌਣ ਉੱਥੇ ਹੋਵੇਗਾ। ਤਾਂ ਮੈਨੂੰ ਮੇਰੇ ਫਰੈਂਡ ਨੇ ਕੰਪੈਲ ਕੀਤਾ ਕਿ ਨਹੀਂ ਆਪਾਂ ਜਾਣਾ ਜ਼ਰੂਰ ਆ। ਜਦੋਂ ਆਪਾਂ ਘਰ ਦੇ ਸਾਹਮਣੇ ਪਹੁੰਚਿਆ ਤੇ ਮੈਂ ਗੱਡੀ 'ਚ ਬੈਠਾ ਆਪਣੇ ਫਰੈਂਡ ਨਾਲ ਗੱਲ ਕਰ ਰਿਹਾ, ਤੇ ਮੇਰੇ ਗੱਡੀ ਦੇ ਅੱਗੋਂ ਦੀ ਇੱਕ ਲੇਡੀਜ਼ ਲੰਘੇ ਨੇ, ਬਜ਼ੁਰਗ ਔਰਤ। ਤੇ ਮੈਂ ਆਪਣੇ ਫਰੈਂਡ ਨੂੰ ਕਿਹਾ ਕਿ ਸ਼ਾਇਦ ਯਾਰ ਇਹ ਮੇਰੀ ਨਾਨੀ ਹੋਵੇ। ਤਾਂ ਤੁਸੀਂ ਸੱਚ ਕਰਕੇ ਜਾਣੇ ਹੋ, ਜਦੋਂ ਮੈਂ ਆਪਣੇ ਨਾਨਕਿਆਂ ਦਾ ਦਰਵਾਜ਼ਾ ਖੜਕਾਇਆ ਤੇ ਉਹੋ ਹੀ ਬਜ਼ੁਰਗ ਸਾਹਮਣੇ ਨਿਕਲੇ। ਬਾਹਰ ਆ ਕੇ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਆਪਣੇ ਨਾਨਾ ਜੀ ਦਾ ਨਾਮ ਲਿਆ ਵੀ ਉਹਨਾਂ ਦਾ ਘਰ ਆ। ਕਹਿੰਦੇ ਹਾਂਜੀ। ਮੈਂ ਕਿਹਾ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਕਹਿੰਦੇ ਆ ਜਾਓ ਅੰਦਰ। ਤਾਂ ਉਹ ਪਾਣੀ ਲੈ ਕੇ ਆਏ। ਤੁਸੀਂ ਦੇਖੋ ਵੀ ਜਿਹੜੀ ਔਰਤ ਨੂੰ ਮੈਂ ਸੋਚਿਆ ਸੀ ਕਿ ਇਹ ਸ਼ਾਇਦ ਮੇਰੀ ਨਾਨੀ ਹੋਵੇ, ਪਰ ਹੈ ਹੀ ਨਾਨੀ ਸੀ। ਉਸ ਤੋਂ ਬਾਅਦ ਜਦੋਂ ਨਾਨੀ ਮੇਰੀ ਮੇਰੇ ਵਾਸਤੇ ਪਾਣੀ ਲੈ ਕੇ ਆਉਂਦੀ ਆ, ਤੇ ਮੈਨੂੰ ਕਹਿੰਦੀ ਕਿ ਮੈਂ ਤੈਨੂੰ ਵੇਖਿਆ ਕਿਤੇ ਲੱਗਦਾ। ਮਤਲਬ ਇਹ ਮੰਨ ਕੇ ਚੱਲੀਏ ਫਿਰ ਕਿ ਜਦੋਂ ਤੁਸੀਂ ਆਪਣੀ ਮਦਰ ਨੂੰ ਲੱਭਣਾ ਸ਼ੁਰੂ ਕੀਤਾ ਜਾਂ ਤੁਹਾਨੂੰ ਕਲੂ ਮਿਲਣੇ ਸ਼ੁਰੂ ਹੋ ਗਏ, ਉਦੋਂ ਤੋਂ ਹੀ ਕੁਦਰਤ ਤੁਹਾਡੇ ਨਾਲ ਚੱਲ ਰਹੀ ਸੀ ਇਸ ਕੰਮ 'ਚ? ਉਹਨਾਂ ਨੇ ਆਪਣੇ ਆਪ ਹੀ ਮੈਨੂੰ ਕੋਈ ਉਸ ਟਾਈਮ 34 ਸਾਲ ਮੈਂ ਬੜਾ ਸਟਰਗਲ ਕੀਤਾ ਸਾਰੀ ਲਾਈਫ 'ਚ, ਪਰ ਮੈਂ ਆਪਣੀ ਮਾਂ ਤੱਕ ਪਹੁੰਚਣ ਵਾਸਤੇ ਇੱਕ ਪਲ ਦੇ ਵਿੱਚ ਮੈਨੂੰ ਗੁਰੂ ਸਾਹਿਬ ਨੇ ਉੱਥੇ ਲੈ ਗਏ। ਤਾਂ ਉਹ ਜਦੋਂ ਪਾਣੀ ਲੈ ਕੇ ਆਉਂਦੀ ਆ, ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਨੇ, ਕਿਉਂਕਿ ਮੇਰੀ ਜ਼ਬਾਨ ਉਦੋਂ ਨਹੀਂ ਸੀ ਚੱਲ ਰਹੀ। ਮੇਰੇ ਜਿਹੜੇ ਨਾਲ ਦੇ ਫਰੈਂਡ ਸੀ ਉਹ ਪੁੱਛ ਰਹੇ ਸੀ ਕਿ ਤੁਹਾਡੇ ਕਿੰਨੇ ਬੱਚੇ ਆ। ਤਾਂ ਪਹਿਲਾਂ ਉਹ ਥੋੜ੍ਹੇ ਹੈਰਾਨ ਜਿਹੇ ਹੋ ਗਏ ਵੀ ਸ਼ਾਇਦ ਇਹ ਅਨਨੋਨ ਪਰਸਨ ਆ, ਮੈਨੂੰ ਇੰਨੇ ਸਵਾਲ ਕਿਉਂ ਪੁੱਟ ਕਰ ਰਹੇ। ਪਰ ਫਿਰ ਵੀ ਉਹਨਾਂ ਨੇ ਥੋੜ੍ਹਾ ਘਬਰਾਉਂਦਿਆਂ ਹੋਇਆਂ ਜਾਂ ਗੁੱਸੇ 'ਚ ਪਹਿਲਾਂ ਬੋਲੇ, ਫਿਰ ਉਹਨਾਂ ਨੇ ਨੋਰਮਲ ਆਪਣੇ ਦੱਸਣਾ ਸ਼ੁਰੂ ਕੀਤਾ ਵੀ 4 ਮੇਰੀਆਂ ਬੇਟੀਆਂ ਵਾ, 1 ਬੇਟਾ ਆ। ਤੇ ਯਾਨੀ ਕਿ ਮੇਰੇ ਮਾਮਾ ਜੀ, ਮੈਨੂੰ ਬੜੀ ਖੁਸ਼ੀ ਹੋਈ ਸ਼ਾਇਦ ਮੈਂ ਸਹੀ ਜਗ੍ਹਾ ਪਹੁੰਚ ਚੁੱਕਾ। ਤੇ ਫਿਰ ਉਹਨਾਂ ਨੇ ਦੱਸਿਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਕਿਸੇ ਬੇਟੀ ਦਾ ਹਸਬੈਂਡ ਦੀ ਡੈਥ ਹੋਈ ਹੈ, ਤੁਸੀਂ ਉਹਨਾਂ ਨੂੰ ਵਾਪਸ ਲਿਆਂਦਾ ਹੋਵੇ। ਤਾਂ ਉਹ ਥੋੜ੍ਹਾ ਜਿਹਾ ਝਿਜਕ ਕੇ ਉਹਨਾਂ ਨੇ ਬੋਲਿਆ ਕਿ ਹਾਂ ਇੱਕ ਬੇਟੀ ਸੀ, ਉਹਨੂੰ ਅਸੀਂ ਵਾਪਸ ਲਿਆਂਦਾ, ਤੇ ਉਹਦਾ ਬੇਟਾ ਸੀਗਾ ਸੋਨੂ। ਤੇ ਮੇਰਾ ਨਾਂ ਸੋਨੂ ਬਚਪਨ ਦਾ। ਫਿਰ ਮੈਂ
ਮੇਰੇ ਕੋਲ ਕੰਟਰੋਲ ਨਹੀਂ ਹੋ ਪਾਇਆ। ਮੈਂ ਉੱਠ ਕੇ ਖੜਾ ਹੋਇਆ ਕਿ ਆਹ ਬਦਨਸੀਬ ਸੋਨੂੰ ਤੁਹਾਡੇ ਸਾਹਮਣੇ ਖੜਾ ਆ। ਹਾਲਾਤ ਕੀ ਸੀ ਉਸ ਵੇਲੇ ਤੁਹਾਡੇ? ਉਸ ਵੇਲੇ ਬਸ ਅੱਖਾਂ ਅੱਗੇ ਹਨੇਰਾ ਸੀ, ਮੇਰਾ ਸਾਰਾ ਕੁਝ ਮਤਲਬ ਸਰੀਰ ਕੰਬ ਰਿਹਾ ਸੀ। ਨਾਨੀ ਦਾ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬਸ ਅਸੀਂ ਦੋਨੋਂ, ਜਿੱਦਾਂ ਤੁਸੀਂ ਦੇਖਿਆ ਕਿ ਮੈਂ ਆਪਣੀ ਮਾਂ ਨੂੰ ਮਿਲਿਆ, ਇੱਦਾਂ ਹੀ ਨਾਨੀ ਤੇ ਨਾਨਾ, ਆਪਣੀ ਨਾਨੀ ਨੂੰ ਤੇ ਮੈਂ ਮਿਲ ਕੇ ਉਹ ਬਹੁਤ ਵਿਰਾਗ ਰਿਹਾ। ਜਦੋਂ ਤੁਸੀਂ ਆਪਣੀ ਨਾਨੀ ਨੂੰ ਦੱਸਿਆ ਕਿ ਮੈਂ ਹੀ ਉਹ ਸੋਨੂੰ ਆ, ਨਾਨੀ ਦੇ ਕੀ ਹਾਵ ਭਾਵ ਸੀ ਉਦੋਂ? ਬਹੁਤ, ਉਹ ਜਿਹੜੇ ਤੁਸੀਂ ਮਾਂ ਦੇ ਵੇਖੇ ਆ ਵੀਡੀਓ 'ਚ, ਇਸੇ ਤਰ੍ਹਾਂ ਹੀ ਉਹ ਹਾਲਾਤ ਸੀਗੇ। ਕੰਟਰੋਲ ਤੋਂ ਬਾਹਰ ਸੀਗਾ ਸਾਰਾ। ਜਿਹੜਾ ਮਿਲਾਪ ਸੀਗਾ ਉਹ ਬਹੁਤ ਦੁੱਖ ਭਰਿਆ ਉਦੋਂ ਰਿਹਾ। ਖੁਸ਼ੀ ਵੀ ਸੀ ਕਿ ਮੈਂ ਆਪਣੇ ਨਾਨਕਿਆਂ ਘਰ ਸ਼ਾਇਦ ਪਹੁੰਚ ਚੁੱਕਾ ਹਾਂ। ਮਾਮਾ ਜੀ ਮਾਮੀ ਮਿਲੇ? ਨਹੀਂ, ਫਿਰ ਉਹ ਜਦੋਂ ਘੰਟੇ ਕੁ ਬਾਅਦ ਆਪਾਂ ਸਟੇਬਲ ਹੋਏ ਆ, ਉਸ ਤੋਂ ਬਾਅਦ ਫਿਰ ਮੈਂ ਸਾਰਾ ਕੁਝ ਪੁੱਛਿਆ। ਫਿਰ ਉਹਨਾਂ ਦੱਸਿਆ ਕਿ ਤੇਰਾ ਇੱਕ ਮਾਮਾ ਆ, ਉਹ ਇੰਗਲੈਂਡ ਦੇ ਵਿੱਚ ਆ, ਇੰਟਰਨੈਸ਼ਨਲ ਕਬੱਡੀ ਖਿਡਾਰੀ ਆ, ਵੈਲ ਸੈਟਲਡ ਆ, ਫੈਮਿਲੀ ਉੱਥੇ ਆ। ਔਰ ਮੇਰੀ ਇੱਕ ਮਾਸੀ ਆ, ਉਹ ਸਪੇਨ ਦੇ ਵਿੱਚ ਆ। ਇੱਕ ਮਾਸੀ ਜਿਹੜੇ ਉਹ ਪੰਜਾਬੀ ਯੂਨੀਵਰਸਿਟੀ ਆ, 2 ਉੱਥੇ, ਮਤਲਬ ਵੈਲ ਸੈਟਲਡ ਫੈਮਲੀਆਂ, ਸਾਰੇ ਮਾਸੜ ਜੀ ਆ। ਮਤਲਬ ਇੰਨਾ ਵੱਡਾ ਪਰਿਵਾਰ ਆ। ਅਤੇ ਮੈਂ ਬਹੁਤ ਖੁਸ਼ ਹੋਇਆ ਕਿ ਸ਼ਾਇਦ ਅਗਲਾ ਨਾਮ ਜਿਹੜਾ ਆ ਉਹ ਮੇਰੀ ਮਾਂ ਦਾ ਆਊਗਾ, ਕਿਸੇ ਸਿਟੀ ਦੇ ਵਿੱਚ, ਕਿਸੇ ਕੰਟਰੀ ਦੇ ਵਿੱਚ। ਬੜੀ ਮਦਰ ਬਾਰੇ ਕੀ ਦੱਸਿਆ ਉਹਨਾਂ ਨੇ? ਪਰ ਦੁੱਖ ਦੀ ਗੱਲ ਇਹ ਹੋਈ ਵੀ ਜਦੋਂ ਮੇਰੀ ਮਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਉਹ ਸਟੋਰੀ ਦੱਸੀ ਕਿ ਆਪਾਂ ਜਦੋਂ ਉਹਨਾਂ ਨੂੰ ਉੱਥੋਂ ਵਾਪਸ ਲੈ ਕੇ ਆਏ ਅਤੇ ਉਹਨਾਂ ਦੀ ਅਗਲੀ ਲਾਈਫ ਜਿਹੜੀ ਆ ਉਹ ਵੀ ਦੁੱਖਾਂ ਭਰੀ ਲੰਘੀ। ਮਤਲਬ ਉਹਨੂੰ ਅਗਲੇ ਪਾਸੇ ਵੀ ਕੋਈ ਸੁੱਖ ਨਹੀਂ ਮਿਲਿਆ। ਤਾਂ ਮਤਲਬ ਮੇਰਾ ਜਿਹੜਾ ਖੁਸ਼ੀ ਦਾ ਜਿਹੜਾ ਪਲ ਸੀ, ਉਹ ਫਿਰ ਦੁੱਖਾਂ 'ਚ, ਮਤਲਬ ਮੈਂ ਬਹੁਤ ਸੈਡ ਹੋ ਗਿਆ। ਫਿਰ ਉਹਨਾਂ ਦੱਸਿਆ ਕਿ ਤੇਰੀ ਮਾਂ ਤੇ ਅਜੇ ਤੱਕ ਤੈਨੂੰ ਜਿਹੜਾ ਉਹ ਚੇਤੇ ਕਰਦੀ ਆ ਕਿ ਮੇਰਾ ਸੋਨੂੰ ਜਿਹੜਾ ਆ ਉਹ ਕਿੱਡਾ ਕੁ ਹੋ ਗਿਆ ਹੋਣਾ, ਜਵਾਨ ਹੋਇਆ ਵਾ, ਪਤਾ ਨਹੀਂ ਕਿੱਥੇ ਹੋਊਗਾ। ਆਸ ਦੇ ਵਿੱਚ ਮੇਰੀ ਮਾਂ ਜਿਹੜੀ ਉਹ ਜਿਉਂਦੀ ਰਹੀ। ਮਤਲਬ ਕਿ ਦੋਵੇਂ ਪਾਸੇ ਹੀ ਦਿਲ ਦੀਆਂ ਤੰਦਾਂ ਜਿਹੜੀਆਂ ਸੀ ਉਹ ਟੁਣਕੜੀਆਂ ਸੀ ਮਿਲਣ ਲਈ, ਚਾਹਤ ਸੀ ਮਿਲਣ ਦੀ। ਬਹੁਤ ਚਾਅ ਸੀ, ਪਰ ਇੱਕ ਤਾਂ ਮੈਨੂੰ ਜਦੋਂ ਪਤਾ ਲੱਗਾ ਕਿ ਉਹ ਦੁੱਖਾਂ ਦੇ ਵਿੱਚ ਆ, ਔਰ ਤੀਸਰੀ ਗੱਲ ਇਹ ਦੱਸੀ ਉਦੋਂ, ਫਿਰ ਮੇਰਾ ਮਤਲਬ ਕਿ ਮੇਰਾ ਦੁਖੀ ਹੋਣ ਦਾ ਕੋਈ ਰਿਹਾ ਨਹੀਂ ਸੀ ਕਿ ਮੈਂ ਕਿੰਨਾ ਕੁ ਦੁਖੀ ਹੋਇਆ ਉਦੋਂ, ਜਦੋਂ ਉਹਨਾਂ ਨੇ ਦੱਸਿਆ ਕਿ ਤੇਰੀ ਮਾਂ ਦੀ ਜਿਹੜੀ ਲੱਤ ਵੀ ਟੁੱਟ ਚੁੱਕੀ ਸੀ, ਉਹ ਆਪਣੇ ਪੈਰਾਂ 'ਤੇ ਵੀ ਖਲੋ ਨਹੀਂ ਸਕਦੀ। ਅਤੇ ਉਦੋਂ ਫਿਰ ਕੀ ਸੋਚ ਆਈ ਜਦੋਂ ਦੱਸਿਆ ਤੁਹਾਡੀ ਮਦਰ ਦੇ ਹਾਲਾਤਾਂ ਬਾਰੇ? ਉਹਨਾਂ ਨੇ ਤੁਹਾਡੇ ਨਾਲ ਡਿਸਕਸ਼ਨ ਕੀਤੀ ਸਾਰੀ ਗੱਲਬਾਤ, ਫਿਰ ਬਾਕੀ ਫੈਮਿਲੀ ਬਾਰੇ ਤੁਹਾਨੂੰ ਦੱਸਿਆ, ਬਾਕੀ ਫੈਮਿਲੀ ਵੈਲ ਸੈਟਲਡ, ਪਰ ਤੁਹਾਡੀ ਮਦਰ ਦੇ ਜੋ ਹਾਲਾਤ ਉਹਨਾਂ ਨੇ ਦੱਸੇ, ਉਸ ਵੇਲੇ ਤੁਹਾਡੇ ਮਨ 'ਚ ਕੀ ਸੋਚ ਚੱਲੀ? ਦੇਖੋ, ਉਹ ਮੇਰੀ ਮਾਂ ਦੇ ਕਰਮ ਸੀ, ਜਿਹੜੇ ਦੁੱਖਾਂ ਭਰੀ ਜ਼ਿੰਦਗੀ ਸੀ ਉਹਦੀ। ਪਰ ਮੇਰੇ ਵਾਸਤੇ ਉਹ ਜਿਹੜੀ ਰਾਤ ਸੀ ਉਹ ਬਹੁਤ, ਮਤਲਬ ਮੇਰੀ ਜ਼ਿੰਦਗੀ ਦੀ ਸਭ ਤੋਂ ਜਿਹੜੀ ਦੁੱਖਾਂ ਭਰੀ ਉਹ ਰਾਤ, ਜਿਹੜੀ ਜਿੱਦਣ ਮੈਂ ਸਭ ਤੋਂ ਜ਼ਿਆਦਾ ਦੁਖੀ ਹੋਇਆ, ਕਿਉਂਕਿ ਮੈਂ ਉਦਣ ਆਪਣੀ ਮਾਂ ਨੂੰ ਨਹੀਂ ਮਿਲਿਆ। ਅਤੇ ਮੈਂ ਕਿਹਾ ਸੀ ਕਿ ਮੈਂ ਆਪਣੇ ਫੈਮਿਲੀ ਦੇ ਨਾਲ ਆਵਾਂਗਾ ਅਤੇ ਅਗਲੇ ਦਿਨ ਆਪਣੀ ਮਾਂ ਨੂੰ ਮਿਲਣਾ। ਔਰ ਮੈਂ ਵਾਪਸ ਘਰ ਆਇਆ ਅਤੇ ਉਸ ਰਾਤ, ਤੁਸੀਂ ਸੱਚ ਕਰਕੇ ਜਾਣਿਓ, ਮੈਨੂੰ ਨਹੀਂ ਪਤਾ, ਮੈਂ ਰਾਤ ਸੁੱਤਾ ਸੀਗਾ ਸ਼ਾਇਦ 12-1 ਵਜੇ, ਤਾਂ ਮੈਂ ਅਚਾਨਕ, ਮੇਰੀ ਬੇਟੀ ਜਿਹੜੀ ਆ ਉਹ, ਮੈਂ ਬੈੱਡ ਤੋਂ ਨੀਚੇ ਡਿੱਗਿਆ ਪਿਆ ਅਤੇ ਮੇਰੀ ਬੇਟੀ ਰੋ ਰਹੀ ਮੇਰੇ ਲਾਗੇ, ਕਹਿੰਦੀ ਕਿ ਪਾਪਾ ਕੀ ਹੋਇਆ ਤੁਹਾਨੂੰ? ਤਾਂ ਮੈਨੂੰ ਸਵੇਰੇ ਉੱਠ ਕੇ ਉਹਨਾਂ ਨੇ ਦੱਸਿਆ ਕਿ ਤੁਸੀਂ ਰਾਤ ਨੂੰ ਸੁਪਨੇ 'ਚ ਸੁੱਤਿਆਂ ਪਿਆ ਕਿਹਾ ਕਿ ਮਾਂ ਤੇਰੀ ਲੱਤ ਕਿੱਥੇ ਆ, ਅਤੇ ਤੁਸੀਂ ਬੈੱਡ ਤੋਂ ਥੱਲੇ ਡਿੱਗ ਪਏ। ਹਾਲਾਂਕਿ ਮੈਨੂੰ ਉਸ ਚੀਜ਼ ਦਾ ਕੋਈ ਪਤਾ ਨਹੀਂ, ਕਿਉਂਕਿ ਮੈਂ ਉਹ ਰਾਤ ਮੇਰੇ ਵਾਸਤੇ ਬਹੁਤ ਦੁੱਖਾਂ ਭਰੀ ਸੀ ਕਿ ਮੈਂ ਇਹ ਸੋਚ ਰਿਹਾ ਕਿ ਯਾਰ ਮੈਂ, ਮਤਲਬ ਪਤਾ ਨਹੀਂ ਮੈਂ ਕਿੰਨੀਆਂ ਕੁ ਮਾਵਾਂ ਦੇ ਆਪਰੇਟ ਕਰਾ ਚੁੱਕਾ ਆਪਣੇ ਹੱਥਾਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ ਜਿਹੜੇ ਮੇਰੇ ਨਾਲ ਸੇਵਾ ਨਿਭਾਉਂਦੇ ਆ। ਲਵਿਸ਼ ਆ ਮੇਰਾ ਭਰਾ, ਜਤਿੰਦਰ ਸਿੰਘ ਆ, ਹੋਰ ਮੇਰੇ ਬੜੇ ਵੀਰ ਆ ਜਿਹੜੇ ਮੇਰਾ ਸਾਥ ਦਿੰਦੇ। ਅਸੀਂ ਕਿਸੇ ਦੁਖੀ ਗਰੀਬ ਦੀ ਅਸੀਂ ਸਹਾਇਤਾ ਕਰਦੇ ਹਾਂ, ਕਈਆਂ ਦੀਆਂ ਆਪਾਂ ਆਪਰੇਟ ਕਰਾਏ ਆ, ਕਈਆਂ ਨੂੰ ਜਾਨ ਤੋਂ ਬਚਾਇਆ ਆ। ਔਰ ਮੇਰੀ ਆਪਣੀ ਮਾਂ ਜਿਹੜੀ ਆ ਉਹ ਇਸ ਦੁੱਖ ਦਾ ਸਾਹਮਣਾ ਕਰਦੀ ਹੋਈ 34 ਸਾਲ ਮੇਰੀ ਵੇਟ ਕਰ ਰਹੀ। ਅਤੇ ਫਿਰ ਜਦੋਂ ਉੱਥੇ ਜਾ ਕੇ ਪਰਿਵਾਰ ਨੂੰ ਮਿਲੇ ਹੋ ਮਾਤਾ ਨਾਲ, ਫਿਰ ਵੀ ਉਸ ਦਿਨ ਨਹੀਂ ਤੁਹਾਡਾ ਮੇਲ ਹੋ ਪਾਇਆ, ਫਿਰ ਉੱਥੇ ਕੀ ਕਹਿ ਕੇ ਆਏ ਜਾਂ ਕੀ ਸੁਨੇਹਾ ਦੇ ਕੇ ਆਏ ਉਹਨਾਂ ਨੂੰ ਕਿ ਦੁਬਾਰਾ ਆਵਾਂਗੇ, ਜਾਂ ਕਿੱਦਾਂ ਉਹਨਾਂ ਨੂੰ ਫਿਰ ਦੁਬਾਰਾ ਕਿੱਦਾਂ ਉਹਨਾਂ ਨਾਲ ਜਿਹੜਾ ਤੁਹਾਡਾ ਮੇਲ ਹੋਇਆ? ਮੇਰੀ ਨਾਨੀ ਔਰ ਮੇਰੀ ਮਾਸੀ ਜੀ ਦਾ ਪਰਿਵਾਰ ਮੈਨੂੰ ਪਹਿਲੇ ਦਿਨ ਜਿੱਦਣ ਮਿਲਿਆ, ਉਦੋਂ ਉਹਨਾਂ ਨੇ ਕਿਹਾ ਕਿ ਆਪਾਂ ਤੁਹਾਡੀ ਮਾਤਾ ਜੀ ਨੂੰ ਅੱਜ ਹੀ ਮਿਲਾਉਣਾ ਵਾ, ਸਾਡੇ ਕੋਲ ਨਹੀਂ ਰਿਹਾ ਜਾ ਰਿਹਾ। ਤਾਂ ਮੈਂ ਇਕੱਲਾ ਨਹੀਂ ਸੀ ਮਿਲਣਾ ਚਾਹੁੰਦਾ, ਕਿਉਂਕਿ ਮੈਨੂੰ ਪਿਆਰ ਕਰਨ ਵਾਲੇ ਸਾਰੇ ਮੇਰੇ ਨਾਲ ਸੀ। ਉਹਨਾਂ ਨੂੰ ਪਤਾ ਸੀ ਕਿ ਮੈਂ ਦੱਸਿਆ ਵੀ ਸੀ ਕਿ ਮੈਂ ਆਪਣੇ ਫਾਈਂਡ ਆਊਟ ਕਰ ਚੁੱਕਾ ਹਾਂ ਮਾਂ ਨੂੰ, ਪਰ ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਪੂਰੇ ਪਰਿਵਾਰ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਆਪਣੀ ਮਾਂ ਨੂੰ ਮਿਲਾਂ, ਤਾਂ ਕਿ ਜਿਹੜੀ ਮੇਰੀ ਲਾਈਫ ਆ ਉਹ ਵੀ ਜਿਸ ਤਰ੍ਹਾਂ ਦੀ ਮੇਰੀ ਜ਼ਿੰਦਗੀ ਇੱਕ ਫਿਲਮੀ ਰੂਪ ਲੈ ਚੁੱਕੀ ਹੈ, ਵੀ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਕਿਸ ਤਰ੍ਹਾਂ ਇਹ ਘਾਲਣਾ ਸੀ ਸਾਰੀ, ਅਤੇ ਮਾਂ ਔਰ ਪੁੱਤ ਦੀ ਪਿਆਰ ਦੀ ਕੀ ਖਿੱਚ ਹੁੰਦੀ ਆ। ਅਤੇ ਫਿਰ ਮੈਂ ਅਗਲੇ ਦਿਨ ਆਪਣੇ ਪਰਿਵਾਰ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਹੜਾ ਆਪਣੀ ਮਾਂ ਨੂੰ ਮਿਲਣ ਵਾਸਤੇ ਗਿਆ। ਪਰ ਇਹ ਕਾਰਨ ਇੱਕ ਇਹ ਵੀ ਹੈ ਪੁਆਇੰਟ ਕਿ ਉਦੋਂ ਤੱਕ ਮੇਰੀ ਮਾਂ ਨੂੰ ਪਤਾ ਨਹੀਂ ਸੀ, ਦੱਸਿਆ ਨਹੀਂ ਸੀ ਆਪਾਂ। ਮੈਂ ਮਨਾ ਕੀਤਾ ਸੀ ਕਿ ਪਲੀਜ਼ ਉਹਨਾਂ ਨੂੰ ਨਾ ਦੱਸਿਓ ਕਿ ਮੈਂ, ਨਾਨਕਿਆਂ ਨੇ ਵੀ ਨਹੀਂ ਦੱਸਿਆ ਨਾ? ਹਾਂ, ਮੈਂ ਮਨਾ ਕੀਤਾ ਸੀ ਕਿ ਮੈਂ ਆਪੇ ਆਣ ਕੇ ਮਿਲਾਂਗਾ ਡਾਇਰੈਕਟ, ਤੁਸੀਂ ਪਲੀਜ਼ ਉਹਨਾਂ ਨੂੰ ਨਹੀਂ ਦੱਸਣਾ। ਤਾਂ ਜਦੋਂ ਆਪਾਂ ਉਸ ਪਿੰਡ ਪਹੁੰਚੇ ਹਾਂ ਸਾਰੇ ਜਾਣੇ, ਤਾਂ ਅਸੀਂ ਇੱਕ ਪਿੰਡ ਦੇ ਬਾਹਰ ਗੁਰਦੁਆਰਾ ਸਾਹਿਬ ਦੇ ਵਿੱਚ ਖਲੋ ਕੇ ਸਲਾਹ ਕੀਤੀ, ਅਤੇ ਮੈਂ ਆਪਣੇ ਮਿੱਤਰਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ 4-5 ਜਣੇ ਜਾ ਕੇ ਮਾਂ ਨੂੰ ਥੋੜ੍ਹਾ ਜਿਹਾ ਸਟੇਬਲ ਕਰ ਦਿਓ, ਕਿਉਂਕਿ ਪਹਿਲੀ ਵਾਰੀ ਹੋ ਸਕਦਾ ਮੈਨੂੰ ਦੇਖ ਕੇ, ਉਹ ਉਮਰ ਵੀ ਉਹਨਾਂ ਦੀ ਹੋ ਚੁੱਕੀ ਆ,
ਤੇ ਬਿਮਾਰ ਵੀ ਰਹਿੰਦੇ ਆ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਸਰੀਰ ਪੱਖੋਂ ਨਾ ਆਵੇ ਕਿ ਮੈਨੂੰ ਵੇਖ ਕੇ ਉਹ ਆਪਣਾ ਹਾਵ ਭਾਵ ਖੋ ਦੇਣ। ਇਸ ਕਰਕੇ ਇਹਨਾਂ ਨੇ ਥੋੜ੍ਹਾ ਜਿਹਾ ਪਹਿਲਾਂ ਜਾ ਕੇ ਹਿੰਟ ਦੇ ਦਿੱਤਾ ਸੀਗਾ, ਔਰ ਬਾਅਦ 'ਚ ਜਦੋਂ ਮੈਂ ਜਾ ਕੇ ਮਿਲਿਆ, ਉਹ ਵੀਡੀਓ ਤੁਹਾਡੀ ਸਾਰਿਆਂ ਦੇ ਸਾਹਮਣੇ ਤੁਸੀਂ ਦੇਖ ਲਈ ਹੈ, ਜੋ ਵੀ ਇਮੋਸ਼ਨਲ ਮਾਹੌਲ ਸੀਨ ਸੀ। ਥੋੜ੍ਹਾ ਜਿਹਾ ਸਾਨੂੰ ਵੀ ਦੱਸੋ, ਸਾਡੇ ਦਰਸ਼ਕਾਂ ਤੱਕ ਵੀ ਦੱਸੋ, ਕਿਉਂਕਿ ਵੀਡੀਓ 'ਚ ਦੇਖਣਾ ਕੁਝ ਹੋਰ ਹੁੰਦਾ, ਤੁਹਾਡੇ ਕੋਲੋਂ ਮੂੰਹੋਂ ਸੁਣਨਾ ਕੁਝ ਹੋਰ ਹੋਏਗਾ। ਉੱਥੇ ਉਸ ਵੇਲੇ ਕੀ ਮਾਹੌਲ ਸੀ ਜਦੋਂ 34 ਸਾਲ ਬਾਅਦ ਤੁਸੀਂ ਆਪਣੀ ਮਾਤਾ ਨੂੰ ਮਿਲੇ, ਤੁਹਾਡੀ ਮਾਤਾ ਆਪਣੇ ਪੁੱਤਰ ਨੂੰ ਮਿਲੀ? ਮੇਰੇ ਵਾਸਤੇ ਦੇਖੋ ਜੀ, ਮੇਰਾ ਰੱਬ ਮੈਨੂੰ ਮਿਲ ਗਿਆ ਸੀਗਾ। ਜਿਹੜੀ ਮਾਂ ਨੂੰ ਮੈਂ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਨਫ਼ਰਤ ਸੀ ਕਿ ਮੈਨੂੰ ਕਿਉਂ ਛੱਡ ਕੇ ਗਈ, ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗਾ ਕਿ ਯਾਰ ਮੈਂ ਰੱਬ ਦੇ ਨਾਲ ਨਫ਼ਰਤ ਕਰਦਾ ਰਿਹਾ, ਔਰ ਮੇਰੀ ਮਾਂ ਮੈਨੂੰ 34 ਸਾਲ ਮੇਰੀ ਵੇਟ, ਸ਼ਾਇਦ ਮੈਨੂੰ ਅੱਜ ਜੋ ਕੁਝ ਵੀ ਮਿਲਿਆ ਆ, ਉਹ ਮੇਰੀ ਮਾਂ ਨੇ ਸਾਰੇ ਦੁੱਖ ਆਪਣੇ ਤੇ ਲੈ ਕੇ ਤੇ ਮੇਰੇ ਵਾਸਤੇ ਅਸੀਸਾਂ ਮੰਗੀਆਂ ਤੇ ਮੈਂ ਇੱਥੋਂ ਤੱਕ ਪਹੁੰਚਿਆ। ਔਰ ਜਦੋਂ ਮੈਂ ਆਪਣੀ ਮਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਤਾਂ ਮੈਂ ਉਹ ਬਿਆਨ ਨਹੀਂ ਕਰ ਸਕਦਾ ਵੀ ਉਹ ਕੀ ਫੀਲਿੰਗ ਸੀ। ਉਹ ਜਿਹੜਾ ਰੋਣਾ ਸੀਗਾ, ਉਹ ਜਿਸ ਤਰ੍ਹਾਂ ਵੀ ਇਮੋਸ਼ਨਲ ਸੀਨ ਸੀਗਾ, ਉਹ ਤੁਹਾਡੇ ਸਾਹਮਣੇ ਸੀ ਸਾਰਿਆਂ ਦੇ, ਜਿਸ ਤਰ੍ਹਾਂ ਵੀ ਹੋਇਆ। ਮਾਂ ਦੀ ਮਮਤਾ ਫਿਰ ਕਿਵੇਂ ਡੁੱਲੀ? ਮਾਂ ਤੇ ਪਹਿਲਾਂ ਦੇਖ ਕੇ ਉਹ ਬੇਹੋਸ਼ ਹੋ ਗਈ ਸੀ, ਤੇ ਉਹਦੀ ਲੱਤ ਵੀ ਨਹੀਂ ਸੀ, ਵਿਚਾਰੀ ਡਿੱਗ ਪਈ, ਤੇ ਮੈਨੂੰ ਲੱਗਾ ਕਿ ਸ਼ਾਇਦ ਸੱਟ ਨਾ ਲੱਗੀ ਹੋਵੇ। ਫਿਰ ਮੈਂ ਚੁੱਕ ਕੇ ਉਹਨਾਂ ਨੂੰ ਕੰਟਰੋਲ ਕੀਤਾ, ਬਟ ਅੱਧਾ ਘੰਟਾ ਕੋਈ ਆਊਟ ਆਫ ਕੰਟਰੋਲ ਹੀ ਸਾਰਾ ਸਿਸਟਮ ਰਿਹਾ ਸੀਗਾ। ਤੇ ਬਾਕੀ ਗੁਰੂ ਸਾਹਿਬ ਨੇ ਮਿਲਾ ਦਿੱਤਾ ਮਾਂ ਨੂੰ। ਮਾਂ ਨੇ ਕਦੀ ਫਿਰ ਆਪਣੇ ਦੁੱਖ ਫਰੋਲੇ ਉਹਨੇ ਸਮੇਂ ਦੇ ਵਿੱਚ ਤੁਹਾਡੇ ਨਾਲ ਬੈਠ ਕੇ, ਜਾਂ ਤੁਹਾਡੇ ਬਾਰੇ ਕੋਈ ਗੱਲ ਕੀਤੀ ਉਹਨਾਂ ਨੇ ਕਿ ਕਿਸ ਤਰੀਕੇ ਨਾਲ ਤੁਹਾਨੂੰ ਯਾਦ ਕਰਦੇ ਹੁੰਦੇ ਸੀ, ਜਾਂ ਫਿਰ ਕਿਸ ਤਰੀਕੇ ਨਾਲ ਤੁਹਾਨੂੰ ਮਿਲਣ ਲਈ ਤਰਸਦੇ ਰਹੇ ਹੋ? ਬਸ ਇਹੀ ਸੀ ਉਹਨਾਂ ਨੂੰ ਕਿ ਮਤਲਬ ਮੇਰਾ ਪੁੱਤ ਹੈ ਵਾ ਕੋਈ, ਕਦੀ ਨਾ ਕਦੀ ਉਹ ਲੱਭਦਾ ਲਭਾਉਂਦਾ ਉਹਦੀ ਮੱਤ ਪਊਗੀ, ਵੱਡਾ ਹੋਏਗਾ, ਮੇਰੇ ਤੱਕ ਜ਼ਰੂਰ ਮੈਨੂੰ ਪਹੁੰਚ ਕਰੂਗਾ। ਮਾਂ ਦੀ ਖਿੱਚ ਸੀ, ਔਰ ਖਿੱਚ ਇੱਥੋਂ ਤੱਕ ਸੀ, ਤੁਸੀਂ ਯਕੀਨ ਕਰਕੇ ਜਾਣਿਓ, ਮੇਰੇ ਨਾਨਕੇ ਪਰਿਵਾਰ ਨੇ ਦੱਸਿਆ ਕਿ ਤੇਰੀ ਮਾਂ ਵੈਂਟੀਲੇਟਰ 'ਤੇ ਸੀ, 3 ਆਪਰੇਸ਼ਨ ਹੋਏ ਆ, ਵੈਂਟੀਲੇਟਰ 'ਤੇ ਸੀ, ਤੇ ਘਰ ਦੇ ਵਿੱਚ ਸੰਸਕਾਰ ਕਰਨ ਦਾ ਸਮਾਨ ਜਿਹੜਾ ਉਹ ਵੀ ਲਿਆਉਣਾ ਸ਼ੁਰੂ ਕਰਤਾ। ਤੇ ਉਸ ਤੋਂ ਬਾਅਦ ਮਾਂ ਜਿਹੜੀ ਆ ਉਹ ਫਿਰ ਇੰਪਰੂਵਮੈਂਟ ਸ਼ੁਰੂ ਹੋ ਗਈ ਉਹਦੀ ਸਿਹਤ ਦੇ ਵਿੱਚ। ਔਰ ਜਦੋਂ ਉਹ ਹੋਸ਼ ਦੇ ਵਿੱਚ ਆ ਕੇ ਉਹਨੇ ਪਹਿਲਾ ਲਫ਼ਜ਼ ਇਹ ਕਿਹਾ ਕਿ ਮੈਂ ਅਜੇ ਨਹੀਂ ਮਰਦੀ, ਮੈਂ ਆਪਣੇ ਸੋਨੂੰ ਪੁੱਤ ਨੂੰ ਮਿਲਣਾ। ਤੇ ਕਿਤੇ ਨਾ ਕਿਤੇ ਉਹ ਇੰਨੇ ਦੁੱਖਾਂ ਦੇ ਵਿੱਚ, ਇੰਨੇ ਕਸ਼ਟਾਂ ਦੇ ਵਿੱਚ ਮੌਤ ਦੇ ਮੂੰਹ ਚੋਂ ਬਾਹਰ ਇਸ ਕਰਕੇ ਬਚੀ ਰਹੀ ਕਿ ਸ਼ਾਇਦ ਸਾਡਾ ਮਿਲਾਪ ਸੀਗਾ ਉਹਦੇ ਨਾਲ ਲਿਖਿਆ। ਹੁਣ ਫਿਰ ਤੁਸੀਂ ਕੀ ਸੋਚਿਆ ਆਪਣੀ ਮਦਰ ਬਾਰੇ? ਮਦਰ ਨੂੰ ਆਪਣੇ ਕੋਲ ਲਿਆਓਗੇ, ਜਾਂ ਫਿਰ ਮਦਰ ਆਣ ਕੇ ਰਾਜੀ ਨਹੀਂ ਤੁਹਾਡੇ ਕੋਲ? ਹਾਂਜੀ, ਇਹ 'ਤੇ ਕੋਈ ਸ਼ੱਕ ਨਹੀਂ ਹੈਗਾ ਕਿ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਕਿਉਂ ਨਹੀਂ ਲਿਆਉਣਾ, ਔਰ ਮੇਰੀ ਮਾਂ ਮੇਰੇ ਕੋਲ ਕਿਉਂ ਨਹੀਂ ਆਉਣਾ ਚਾਹੂਗੀ। 34 ਸਾਲਾਂ ਬਾਅਦ ਅੱਜ ਅਸੀਂ ਪਹਿਲੀ ਵਾਰੀ ਆਪਣੇ ਰੂਬਰੂ ਹੋਏ ਹਾਂ, ਤੇ ਮੇਰੇ ਕੋਲੋਂ ਮੇਰੀ ਮਾਂ ਵਾਸਤੇ ਜੋ ਕੁਝ ਵੀ ਹੋ ਸਕੇਗਾ, ਆਪਣੀ ਜਾਨ ਤੋਂ ਵੱਧ ਕੇ ਮੈਂ ਆਪਣੀ ਮਾਂ ਵਾਸਤੇ ਕਰਾਂਗਾ। ਇੱਥੇ ਲਿਆ ਕੇ ਅਗਲੇ ਹਫ਼ਤੇ ਮੈਂ ਆਪਣੀ ਮਾਂ ਨੂੰ ਇੱਥੇ ਲੈ ਕੇ ਆਉਣਾ ਆ, ਤੇ ਉਹਦੇ ਵਾਸਤੇ ਜੋ ਕੁਝ ਵੀ ਮੇਰੇ ਕੋਲ ਹੋ ਸਕੇਗਾ ਉਹ ਮੈਂ ਕਰਾਂਗਾ। ਜਿੱਦਾਂ ਉਹਨਾਂ ਦੀ ਖੁਸ਼ੀ ਹੋਏਗੀ ਉੱਦਾਂ ਹੀ ਹੋਊਗਾ। ਤੇ ਫਿਰ ਤੁਹਾਡੇ ਮਦਰ ਦਾ ਬਾਅਦ ਚ ਮੈਰਿਜ ਹੋਈ, ਉੱਥੇ ਵੀ ਕੋਈ ਹੈ ਤੁਹਾਡਾ ਭਰਾ ਜਾਂ ਭੈਣ ਉਹਨਾਂ ਉਸ ਪਰਿਵਾਰ ਚੋਂ? ਹਾਂਜੀ, 3 ਭੈਣਾਂ ਆ ਜੀ, ਉਹ ਤਿੰਨੇ ਮੈਰਿਡ ਆ, ਔਰ ਇੱਕ ਬੇਟਾ ਆ ਉਹ 10th ਕਰ ਲਈ ਆ ਉਹਨੇ। ਉਹਦਾ ਵੀ ਉਹ ਨਾਨਕਾ ਪਰਿਵਾਰ ਜਿਹੜਾ ਸੋਚ ਰਿਹਾ ਕਿ ਆਪਾਂ ਨੂੰ ਸੈਟਲ ਕਰਾਂਗੇ। ਬਾਕੀ ਮੇਰੇ ਕੋਲ ਵੀ ਜਿੰਨਾ ਹੋ ਸਕੇਗਾ ਮੈਂ ਉਹਨਾਂ ਵਾਸਤੇ ਕਰਾਂਗਾ। ਮੰਨਦੇ ਹੋ ਫਿਰ ਕੁਦਰਤ ਹੈਗੀ ਆ? ਕਿਉਂਕਿ ਤੁਸੀਂ ਤਾਂ ਰੋਜ਼ਾਨਾ ਹੀ ਉਸ ਪ੍ਰਮਾਤਮਾ ਦੇ ਗੁਣਗਾਨ ਕਰਦੇ ਹੋ, ਸੰਗਤਾਂ ਦੇ ਕੰਨਾਂ 'ਚ ਰਸ ਭਿੰਨਾ ਕੀਰਤਨ ਦਿੰਦੇ ਹੋ ਗੁਰਬਾਣੀ ਦਾ, ਤੇ ਹੁਣ ਜਿਸ ਤਰੀਕੇ ਨਾਲ ਤੁਸੀਂ ਸਾਕਸ਼ਾਤ ਕੁਦਰਤ ਨੂੰ ਦੇਖਿਆ ਕਿ 34 ਸਾਲ ਬਾਅਦ ਮਿਲਾ ਦਿੱਤਾ, ਕਿਸੇ ਇਨਸਾਨ ਦੇ ਹੱਥ 'ਚ ਤਾਕਤ ਨਹੀਂ ਹੈ, ਕੋਈ ਤੇ ਗੈਬੀ ਤਾਕਤ ਹੈ ਜਿਹਨੇ ਇਹ ਸਾਰਾ ਚੱਕਰ ਘੜਿਆ ਤੇ ਤੁਹਾਨੂੰ ਆਪਣੀ ਮਾਂ ਨਾਲ ਮਿਲਾਇਆ। ਬਿਲਕੁਲ ਜੀ, ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦਾ ਅਸੀਂ ਗੁਣਗਾਨ ਕਰਦੇ ਹਾਂ। ਉਹਨਾਂ ਨੇ ਇੱਥੋਂ ਤੱਕ ਪਹੁੰਚਾਇਆ ਔਰ ਮੇਰੀ ਮਾਂ ਨਾਲ ਮੈਨੂੰ ਮਿਲਾਇਆ। ਨਹੀਂ ਤੇ ਮੇਰੇ ਸਾਰੀ ਉਮਰ ਮੇਰੇ ਮਨ 'ਚ ਰੋਸ ਸੀਗਾ ਕਿ ਯਾਰ ਮੈਂ ਜਿਹਨੇ ਮੈਨੂੰ ਪੈਦਾ ਕੀਤਾ ਆ ਉਹ ਕਿੱਥੇ ਆ, ਕੌਣ ਆ, ਕਿੱਦਾਂ ਦੀ ਹੋਊਗੀ ਉਹਦੀ ਮਮਤਾ। ਤੇ ਅੱਜ ਬਾਬਾ ਦੀਪ ਸਿੰਘ ਜੀ ਨੇ, ਗੁਰੂ ਰਾਮਦਾਸ ਜੀ ਨੇ ਮੇਰੀ ਮਾਂ ਨੂੰ ਮੈਨੂੰ ਮਿਲਾ ਦਿੱਤਾ। ਕੋਟਾਨ ਕੋਟ ਸ਼ੁਕਰ ਹੈ ਉਹਨਾਂ ਦਾ। ਤੇ ਤੁਸੀਂ ਆਪਣੇ ਦਾਦਕੇ ਪਰਿਵਾਰ 'ਚ ਗੱਲਬਾਤ ਕੀਤੀ, ਆਪਣੀਆਂ ਭੂਆ ਨਾਲ ਜਾਂ ਹੋਰਾਂ ਨਾਲ, ਸਾਰਿਆਂ ਨਾਲ ਗੱਲਬਾਤ ਕੀਤੀ, ਦੱਸਿਆ ਕੋਈ ਮੈਂ ਮਿਲ ਕੇ ਆਇਆ ਵਾਂ? ਆਪਣੀ ਮਿਸਿਜ ਨਾਲ ਗੱਲਬਾਤ ਕੀਤੀ ਹੋਏਗੀ ਕਿ ਮੈਂ ਮਿਲ ਕੇ ਆਇਆ ਵਾਂ? ਬੱਚਿਆਂ ਨੂੰ ਦੱਸਿਆ ਹੋਏਗਾ ਆ ਕੇ? ਕੀ ਰਿਐਕਸ਼ਨ ਸੀ ਪਿੱਛੇ ਪਰਿਵਾਰ? ਹਾਂਜੀ, ਸਾਰੇ ਬਹੁਤ ਖੁਸ਼ ਆ। ਸਾਰੇ ਵਰਲਡ ਦੇ ਵਿੱਚੋਂ ਮੈਨੂੰ ਇੱਕ ਤੇ ਸਾਰੇ ਜਿਹੜਾ ਵੀ ਉਹ ਸੀਨ ਦੇਖਦਾ ਰੋ ਲੈਂਦਾ, ਭਾਵੁਕ ਹੋ ਜਾਂਦਾ, ਔਰ ਸਾਰੇ ਮੈਨੂੰ ਵਧਾਈ ਦੇ ਰਹੇ ਆ, ਸਾਰੇ ਹਮਦਰਦੀ ਜਤਾ ਰਹੇ ਆ। ਤੇ ਮੇਰੀ ਵਾਈਫ, ਮੇਰੀਆਂ ਭੂਆ, ਮੇਰੇ ਸਾਰੇ ਫੈਮਿਲੀ ਜਿੰਨੀ ਵੀ ਆ ਬਹੁਤ ਖੁਸ਼ ਨੇ ਸਾਰੇ, ਔਰ ਸਾਰੇ ਹੁਣ ਵੇਟ ਕਰ ਰਹੇ ਨੇ ਕਿ ਕਦੋਂ ਮੇਰੀ ਮਾਂ ਇੱਥੇ ਮੇਰੇ ਘਰ ਆਏਗੀ ਤੇ ਸਾਰੇ ਉਹਨੂੰ ਮਿਲਣ ਆਉਣਗੇ। ਜਦੋਂ ਤੁਸੀਂ ਮਿਲ ਕੇ ਉੱਥੋਂ ਆਪਣੀ ਮਦਰ ਨੂੰ ਨਿਕਲੇ ਹੋ ਵਾਪਸ ਆਪਣੇ ਘਰ ਆਉਣ ਲਈ ਇੱਥੇ ਕਾਦੀਆਂ, ਉਦੋਂ ਅਖੀਰਲੇ ਲਫ਼ਜ਼ ਤੁਹਾਡੀ ਮਾਤਾ ਦੇ ਕੀ ਸੀ, ਜਾਂ ਤੁਹਾਡੇ ਆਪਣੇ ਅਖੀਰਲੇ ਲਫ਼ਜ਼ ਕੀ ਸੀ ਮਾਤਾ ਨੂੰ? ਲਫ਼ਜ਼ ਇਹ ਸੀ ਕਿ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਜਿਹੜੀ ਮਾਂ ਬਾਥਰੂਮ ਜਿਹੜੀ ਆ ਉਹ ਵੀ 10 ਮਿੰਟ ਲਾਉਂਦੀ ਆ ਜਾਣ ਲੱਗੀ, ਉਹ ਮਾਂ ਵਾਕਰ ਦੇ ਨਾਲ 500 ਮੀਟਰ 'ਤੇ ਮੇਰੀ ਗੱਡੀ ਲੱਗੀ ਸੀ, ਉੱਥੋਂ ਤੱਕ ਦੌੜਦੀ ਹੋਈ ਮੇਰੇ ਤੱਕ ਆਈ ਕਿ ਮੈਂ ਉੱਥੋਂ ਤੱਕ ਛੱਡ ਕੇ ਜਾਣਾ।
ਇਹ ਆ ਮਾਂ ਤੇ ਉਹਦੀ ਮਮਤਾ ਦਾ ਜਿਹੜਾ ਪਿਆਰ ਆ, ਸ਼ਕਤੀ ਜਿਹੜੀ ਆ। ਕਿਹਾ ਨਹੀਂ ਉਹਨਾਂ ਨੇ ਫਿਰ ਮੈਨੂੰ ਨਾਲ ਹੀ ਲੈ ਚੱਲ? ਹਾਂ, ਮੈਂ ਕਿਹਾ ਸੀਗਾ ਕਿ ਨਾਲ ਜਾਣਾ ਆ, ਬਟ ਉਹ ਕੋਈ ਸਿਚੁਏਸ਼ਨ ਇਦਾਂ ਸੀ ਕਿ ਲੇਟ ਹੋ ਗਏ ਸੀ ਤੇ ਮਾਂ ਦਾ ਥੋੜਾ ਉਹਨਾਂ ਨੇ ਅਜੇ ਸੋਚਿਆ ਨਹੀਂ ਸੀ ਇਸ ਚੀਜ਼ ਬਾਰੇ, ਬਟ ਜਲਦੀ ਹੀ ਮੈਂ ਅਗਲੇ ਹਫਤੇ ਲੈ ਕੇ ਜ਼ਰੂਰ ਆਵਾਂਗਾ ਉਹਨਾਂ ਨੂੰ। ਅਸੀਂ ਵੀ ਤੁਹਾਨੂੰ ਆਪਣੇ ਵੱਲੋਂ ਮੁਬਾਰਕਬਾਦ ਦਿੰਦੇ ਹਾਂ, ਕਿਉਂਕਿ ਇਹ ਜਿਹੜਾ ਮੌਕਾ ਹੁੰਦਾ ਹੈ ਬੜਾ ਇੱਕ ਭਾਵੁਕ ਮੌਕਾ ਹੁੰਦਾ ਹੈ, ਕਿਉਂਕਿ ਜਿਸ ਤਰੀਕੇ ਦੀ ਤੁਹਾਡੀ ਸਾਰੀ ਜੀਵਨੀ ਦੀ ਕਹਾਣੀ ਆ, ਜੇ ਦੇਖਿਆ ਜਾਵੇ ਤਾਂ ਸੱਚਾਈ ਆ। ਅਸੀਂ ਫਿਲਮਾਂ 'ਚ ਜ਼ਰੂਰ ਦੇਖੀਆਂ, ਪਰ ਇਹ ਜਿੰਦੀ ਜਾਗਦੀ ਸੱਚਾਈ ਸਾਹਮਣੇ ਬੈਠੀ ਆ। ਅਤੇ ਅਸੀਂ ਵੀ ਇਹੀ ਅਰਦਾਸ ਕਰਾਂਗੇ ਕਿ ਸਰਦਾਰ ਜਗਜੀਤ ਸਿੰਘ ਹਰਾਂ ਦੇ ਜੋ ਮਦਰ ਨੇ ਉਹ ਇਹਨਾਂ ਨੂੰ ਜ਼ਰੂਰ ਆ ਕੇ ਇੱਥੇ ਮਿਲਣ ਅਤੇ ਇਹਨਾਂ ਦੇ ਨਾਲ ਹੀ ਰਹਿਣ, ਕਿਉਂਕਿ 34 ਸਾਲ ਦਾ ਇੱਕ ਕਹਿ ਲਿਆ ਜਾਵੇ ਤਾਂ ਵਿਛੋੜਾ ਕੱਟਿਆ ਹੈ। ਜੇ ਕਹਿ ਲਿਆ ਜਾਵੇ ਤਾਂ ਬਨਵਾਸ ਵੀ ਕਹਿ ਸਕਦੇ ਹਾਂ ਅਸੀਂ ਇਸ ਨੂੰ, ਕਿ ਮਾਂ ਪੁੱਤ ਨੇ ਬਨਵਾਸ ਕੱਟਿਆ 34 ਸਾਲ ਦਾ। ਪਰ ਕਹਿੰਦੇ ਹਨ ਕਿ ਕੁਦਰਤ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਜੇ ਉਹ ਪਰਮਾਤਮਾ ਕਿਸੇ ਨੂੰ ਦੁੱਖਾਂ ਦੇ ਨਾਲ ਭਰਦਾ ਹੈ ਝੋਲੀ, ਤਾਂ ਸੁੱਖ ਵੀ ਉਹਦੇ ਘਰ 'ਚੋਂ ਦੇਣ ਲੱਗਿਆਂ ਉਹ ਦੇਰ ਨਹੀਂ ਕਰਦਾ। ਅਤੇ ਇਸੇ ਤਰੀਕੇ ਦਾ ਹੀ ਇਹ ਸਭ ਕੁਛ ਸਾਹਮਣੇ ਆਇਆ ਹੈ ਕਿ ਜਗਜੀਤ ਸਿੰਘ ਜੋ ਕਿ ਆਪਣੀ ਮਾਤਾ ਦੇ ਕੋਲੋਂ 34 ਸਾਲ ਵਿਛੜੇ ਰਹੇ, ਅਖੀਰ ਉਸੇ ਹੀ ਕੁਦਰਤ ਨੇ ਕੁਦਰਤ ਨੇ ਇਹਨਾਂ 'ਚ ਵਿਛੋੜਾ ਪਾਇਆ, ਉਸੇ ਹੀ ਕੁਦਰਤ ਨੇ ਇਹਨਾਂ ਨੂੰ ਮਿਲਾਉਣ ਲੱਗਿਆਂ ਚੰਦ ਪਲ ਵੀ ਨਹੀਂ ਲਗਾਏ। ਤਾਂ ਹੁਣ ਕਹਿੰਦੇ ਨੇ ਕਿ ਆਪਣੀ ਮਾਤਾ ਨੂੰ ਆਪਣੇ ਕੋਲ ਲਿਆਉਣਗੇ ਅਤੇ ਤਾਂ ਉਮਰ ਜੋ ਵੀ ਉਹਨਾਂ ਦੀ ਅੱਗੇ ਜੀਵਨ ਬਚਿਆ ਹੈ ਆਪਣੇ ਹੱਥੀਂ ਉਹਨਾਂ ਦੀ ਸੇਵਾ ਕਰਨਗੇ। ਨਾਲ ਦੀ ਨਾਲ ਇਹ ਵੀ ਕਹਿੰਦੇ ਹਨ ਕਿ ਸ਼ਾਇਦ ਇਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਸੇਵਾ, ਜੋ ਸਮਾਜਿਕ ਤੌਰ 'ਤੇ ਇਨਸਾਨੀਅਤ ਦੀ ਸੇਵਾ ਕਰ ਰਹੇ ਨੇ, ਉਸੇ ਦਾ ਹੀ ਫਲ ਹੈ ਕਿ ਇਹਨਾਂ ਨੂੰ ਉਸ ਕੁਦਰਤ ਨੇ ਆਪਣੀ ਮਾਂ ਦੇ ਨਾਲ ਮਿਲਾ ਦਿੱਤਾ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ, ਕਾਦੀਆਂ।